लेकिन प्रधानमंत्री देश के नरेंद्र मोदी जी जिथे भी कोई धार्मिक संस्था है ਜਾਂ ਸਾਡੇ ਗੁਰੂ ਘਰ ਨੇ ਮੰਦਰ ਨੇ ਜਾਂ ਹੋਰ ਜਿਹੜੀਆਂ ਕੋਈ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਆਮ ਸੁਭਾਵਿਕ ਤੌਰ ਤੇ ਉਹ ਜਾਂਦੇ ਰਹਿੰਦੇ ਨੇ। ਮੇਰਾ ਕਹਿਣਾ ਇਹ ਹੈ ਕਿ ਇਹਨੂੰ ਆਪਣੇ ਆਪਣੇ ਨਜ਼ਰੀਏ ਤੋਂ ਹਰ ਬੰਦੇ ਦਾ ਦੇਖਣ ਦਾ ਆਪਣਾ ਆਪਣਾ ਢੰਗ ਹੈ। मैं समझदा सब तो बड़ा श्रोमणी गुरुद्वारा प्रबंधक कमेटी का दुखांत है। सांझे पंजाब की बनी हुई पुरानी जिहड़ा रस्टवाइल पंजाब है प्रोविंशियल एक्ट नाल बनी हुई श्रोमणी गुरुद्वारा प्रबंधक कमेटी जिहड़ी एक सिखां दी बहुत वड्डी धरोहर है। सारी दुनिया ते वसदा सिख उहदे ते आस रखदा है। सारी दुनिया ਸਾਡੇ ਬਜ਼ੁਰਗਾਂ ਨੇ ਜਦੋਂ ਵੋਟ ਦਾ ਅਧਿਕਾਰ ਹਿੰਦੁਸਤਾਨ ਨੂੰ ਨਹੀਂ ਸੀ ਮਿਲਿਆ ਉਦੋਂ ਡੈਮੋਕ੍ਰੈਟਿਕ ਅਧਿਕਾਰ ਲੈ ਕੇ ਇਹ ਡੇਰੇਦਾਰ ਜਿਹੜੇ ਨੇ ਉਹਨਾਂ ਨੂੰ ਸ਼ਹਿ ਦੇਣ ਲਈ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹਾਂ। ਅਕਾਲੀ ਦਲ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਅਗਵਾਈ ਕਰਨ ਵਾਲੀ ਸੰਸਥਾ ਸੀ, ਉਹਦੇ ਮੁਖੀਆਂ ਦੀ ਬਣਦੀ ਸੀ। ਲੇਕਿਨ ਜਦੋਂ ਉਹਨਾਂ ਦੇ ਮੁਖੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਬਾਦਲ ਹੀ ਰਾਮ ਰਹੀਮ ਦੇ ਚਰਨਾਂ 'ਚ ਜਾ ਕੇ ਪਰਿਵਾਰ ਮੱਥੇ ਟੇਕਣਗੇ ਤਾਂ ਇਹ ਤੋਂ ਵੱਡਾ ਦੁਖਾਂਤ ਹੋਏਗਾ। ਇਹ ਨਹੀਂ ਪਤਾ ਕਿ ਬੀਬੀ ਜਗੀਰ ਕੌਰ ਨੂੰ ਕਿਸ ਨਜ਼ਰੀਏ ਦੇ ਨਾਲ ਕੱਢਿਆ ਗਿਆ ਜਾਂ ਬੀਬੀ ਜਗੀਰ ਕੌਰ ਕਿਸ ਨਜ਼ਰੀਏ ਦੇ ਨਾਲ ਖੜੀ ਹੋਈ ਹੈ ਜਾਂ ਕੋਈ ਅੰਦਰੂਨੀ ਹੀ ਇਹਨਾਂ ਦਾ ਅੰਡਰਸਟੈਂਡਿੰਗ ਹੈ ਕਿ ਕਿਤੇ ਵਿੱਚੋਂ ਵਿਰੋਧ ਜਿਹੜਾ ਪੈਦਾ ਹੋਏਗਾ ਉਹ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਹੈ ਉਹ ਬੀਬੀ ਜਗੀਰ ਕੌਰ ਦੇ ਨਾਲ ਆ ਜਾਣ। ਬੀਬੀ ਜੀ ਹੁਣ ਕਹਿ ਰਹੇ ਨੇ ਕਿ ਮੈਨੂੰ 4 ਵਾਰ ਪ੍ਰਧਾਨ ਬਣਾਇਆ ਤੇ 4 ਵਾਰ ਜਿਹੜਾ ਉਹ ਲਿਫਾਫੇ ਦੀ ਗੱਲ ਹੁੰਦੀ ਸੀ ਉਦੋਂ, ਉਹ ਅੱਜ ਹੁਣ ਇਹ ਗੱਲ ਕਰ ਰਹੇ ਨੇ। ਉਹ ਉਦੋਂ ਕਿਹੜਾ ਲਿਫਾਫਾ ਸੀ, ਉਹ ਕਿਹੜਾ ਮਨੀ ਆਰਡਰ ਸੀ ਵੱਖਰਾ। ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਸਿੱਖਾਂ ਦੀ ਬਹੁਤ ਵੱਡੀ ਇੱਕ ਧਾਰਮਿਕ ਰਾਜਸੀ ਸੰਸਥਾ ਹੈ ਜਿਨੇ ਹਮੇਸ਼ਾ ਸਿੱਖਾਂ ਦੀ ਆਵਾਜ਼ ਨੂੰ, ਪੰਜਾਬੀਆਂ ਦੀ ਆਵਾਜ਼ ਨੂੰ ਦੇਸ਼ ਦੁਨੀਆ ਵਿੱਚ ਬੁਲੰਦ ਕੀਤਾ। ਉਹਦਾ ਮਜ਼ਬੂਤ ਹੋਣਾ, ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਸਾਡੇ ਪੰਜਾਬ ਲਈ ਔਰ ਪੰਥ ਲਈ ਬਹੁਤ ਲਾਭ ਹੈ। ਬਿਲਕੁਲ ਅੱਜ ਮੈਨੂੰ ਇਸ ਗੱਲ ਕਹਿਣ 'ਚ ਕੋਈ ਗਰੇਜ਼ ਨਹੀਂ ਕਿ ਅੱਜ ਜੋ ਸ਼੍ਰੋਮਣੀ ਕਮੇਟੀ ਦੇ ਸਕੂਲ ਚੱਲ ਰਹੇ ਨੇ ਉਹਨਾਂ ਸਕੂਲਾਂ ਦੀ ਹਾਲਤ ਵੇਖਣ ਵਾਲੀ ਹੈ। ਉਹਨਾਂ ਸਕੂਲਾਂ ਦੇ ਵਿੱਚ ਧੜੇਬੰਦੀ ਵੇਖਣ ਵਾਲੀ ਹੈ। ਸਮਝਦਾ ਜੋ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਕੰਮ ਕਰਨੇ ਨੇ, ਸਮਾਜ ਸੇਵਾ ਦੇ ਕੰਮ ਕਰਨੇ ਨੇ, ਉੱਥੇ ਜਦੋਂ ਇੱਕ ਵਿਰੋਧੀ ਧਿਰ ਖੜੀ ਹੋ ਗਈ ਉਹਦੇ ਨਾਲ ਜਿਹੜੀ ਸ਼੍ਰੋਮਣੀ ਕਮੇਟੀ ਦੀ ਮਹੱਤਤਾ ਹੈ ਉਹ 'ਤੇ ਜ਼ਰੂਰ ਅਸਰ ਪਵੇਗਾ। ਐਵੇਂ ਦੂਜੇ ਵੱਲ ਉਂਗਲ ਚੱਕ ਕੇ ਘਰੇ ਤੁਹਾਡੇ ਆਪਣੀ ਲੜਾਈ ਆ, ਤੁਸੀਂ ਆਪਣਾ ਘਰ ਸਾਂਭੋ। ਭਾਰਤੀ ਜਨਤਾ ਪਾਰਟੀ ਨੇ ਸੋਥੋਂ ਕੁਝ ਨਹੀਂ ਲੈਣਾ, ਨਾ ਕਿਸੇ RSS ਨੇ ਲੈਣਾ। ਤੁਸੀਂ ਜਿਹੜੀ ਸੋਚ ਸ਼੍ਰੋਮਣੀ ਅਕਾਲੀ ਦਲ ਦੀ ਸੀ, ਜਿਹੜੇ ਖਾਤਰ ਬਣੀ ਸੀ, ਉਹ ਤੇ ਪਹਿਰਾ ਦਿਓ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਆਪਾਂ ਕਿਸੇ ਬਾਰੇ ਗੱਲ ਕਰਦੇ ਹਾਂ ਜਾਂ ਬਾਦਲ ਪਰਿਵਾਰ ਬਾਰੇ ਗੱਲ ਕਰਦੇ ਹਾਂ, ਜਿਹੜੇ ਕਰਨ ਵਾਲੇ ਆ ਪਹਿਲਾਂ ਘੱਟੋ ਘੱਟ ਉਹ ਆਪਣੇ ਪਰਿਵਾਰਵਾਦ ਦੇ ਵਿੱਚੋਂ ਬਾਹਰ ਨਿਕਲਣ, ਉਹ ਨਹੀਂ ਨਿਕਲ ਸਕੇ। नज़रिया की डिबेट जगतार सिंह सिद्धू वाले दर्शकों को सत श्री अकाल। पंजाब के अंदर जिस वड्डे मुद्दे ते इन्हां दिनां च चर्चा छिड़ी हुई है, चाहे राजसी हलकों की गल कर लीए जां पंथक हलकों की गल कर लीए, श्रोमणी गुरुद्वारा प्रबंधक कमेटी का जनरल हाउस अगले कुछ दिनों 9 नवंबर और जिस तरीके नाल पंथक तरह च घमसान मचा, खास तौर पर श्रोमणी गुरुद्वारा प्रबंधक कमेटी के प्रधान रहे बीबी जगीर कौर, उन्होंने वालों जी वड्डी एक चुनौती दी गई है। बेशक उन्होंने एक दिन पहला मुअत्तल कर दिता गया पार्टी वालों, पर इस दे बावजूद अकाली दल की लीडरशिप ते बीबी जगीर कौर आमनों सामने खड़े हुए है। बेशक पहला भी पार्टी के अंदर कई आगुओं को बाहर का रस्ता विखाया गया इन्हां चुनौतियों के बावजूद, पर जो परिस्थितियां बनियां ये तो किधरे भी सुनिया जा रहा है कि की जड़ियाँ पंथक धिरां दे उन्हां दे समीकरण बदलते नज़र आ रहे हैं। ये सारे वरतारे दे चलदियां केवल ये नहीं है कि श्रोमणी गुरुद्वारा प्रबंधक कमेटी की सीधे तौर पर आप जिसका जिक्र करते हैं उस दे बारे च चर्चा है। हरियाणा गुरुद्वारा प्रबंधक कमेटी के प्रधान बलजीत सिंह दादूवाल एक दिन पहला उन्होंने जिहड़े गुरुद्वारा साहब के अंदर जी डेरा ब्यास के मुखी उन्होंने नाल मीटिंग हुई है, उसकी भी चर्चा है। सारा तौर पर यही है कि पंथक मामलों ते नशे ते बुराइयां के मुद्दों ते गलबात की गई है।
ਪਰ ਜੇ ਦੋ ਵੱਡੇ ਪੰਥਕ ਆਗੂ ਮਿਲਦੇ ਆ ਤਾਂ ਪੰਥਕ ਵਿਚਾਰਾਂ ਤਾਂ ਹੁੰਦੀਆਂ ਹੀ। ਇਹਦੇ ਚੱਲਦਿਆਂ ਮੈਂ ਇੱਕ ਲਾਈਨ ਹੋਰ ਜੋੜ ਕੇ ਆਪਣੇ ਮਹਿਮਾਨਾਂ ਨਾਲ ਤੁਹਾਡੀ ਜਾਣ ਪਛਾਣ ਕਰਾਵਾਂਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦਿਨ ਬਾਅਦ ਜਾਣੀ ਕਿ 5 ਨਵੰਬਰ ਨੂੰ ਮੀਡੀਆ 'ਚੋਂ ਜਾਣਕਾਰੀ ਆਈ ਹੈ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕਰਨ ਦੇ ਲਈ ਡੇਰਾ ਬਿਆਸ ਆ ਰਹੇ ਹੈ। ਆਪਣੇ ਆਪ 'ਚ ਇੱਕ ਵੱਡਾ ਸੁਨੇਹਾ ਕੀ ਮੈਨੇ ਹੈ ਇਸ ਗੱਲ ਦੇ। ਇਹਨਾਂ ਸਾਰੇ ਮੁੱਦਿਆਂ ਦੇ ਮੇਰੇ ਨਾਲ ਚਰਚਾ 'ਚ ਪੈਨਲ ਤੇ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਮਹਿਮਾਨ ਇਸ ਵੇਲੇ ਜੁੜ ਚੁੱਕੇ ਹੈ। ਦਿਆਲ ਸਿੰਘ ਸੋਢੀ ਨੇ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੈ, ਸਾਧ ਦਲਮੇਗ ਸਿੰਘ। ਮੈਂ ਦਰਸ਼ਕਾਂ ਨਾਲ ਜਾਣ ਪਛਾਣ ਕਰਾਵਾਂਗਾ ਕਿ ਲੰਬਾ ਸਮਾਂ ਮੈਂ ਬੀਂਗ ਏ ਜਰਨਲਿਸਟ ਜੇ ਮੈਂ ਕਹਾਂ ਜਿੰਨਾ ਚਿਰ ਪੰਜਾਬ ਨੂੰ ਐਕਟਿਵ ਕਵਰ ਕਰਦਾ ਰਿਹਾ, ਸਾਧ ਦਲਮੇਗ ਸਿੰਘ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਖੇਤਰ ਦੇ ਅੰਦਰ ਇੱਕ ਲੰਬਾ ਯੋਗਦਾਨ। ਜੋਗਾ ਸਿੰਘ ਜੀ ਪੰਥਕ ਲਹਿਰ ਦੇ ਆਗੂ, ਆਪਣੇ ਤੌਰ ਤੇ ਪੰਥਕ ਸੇਧ ਲਈ ਇੱਕ ਵੱਡਾ ਚਿਹਰਾ ਲੜਾਈ ਲੜ ਰਹੇ ਹੈ। ਸਾਰੇ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਸੋਢੀ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਬਾਕੀ ਮੁੱਦਿਆਂ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ। ਜਿੱਦਾਂ ਮੈਂ ਕਮੈਂਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 5 ਨਵੰਬਰ ਨੂੰ ਡੇਰਾ ਬਿਆਸ ਡੇਰਾ ਮੁਖੀ ਜਾਂ ਡੇਰਾ ਬਾਬਾ ਦੇ ਨਾਲ ਮੁਲਾਕਾਤ ਕਰਨੀ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ, ਕਿਉਂਕਿ ਜਿੱਦਾਂ ਮੈਂ ਕਿਹਾ ਕਿ ਬੀਂਗ ਏ ਜਰਨਲਿਸਟ ਜੇ ਮੈਂ ਇਸ ਮੁੱਦੇ ਦਾ ਜ਼ਿਕਰ ਕਰਾਂ ਤਾਂ ਸ਼ਾਇਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤਤਕਾਲੀਨ ਪ੍ਰਧਾਨ ਮੰਤਰੀ 80 ਦੇ ਦਹਾਕੇ 'ਚ ਕਿਧਰੇ ਆਏ ਹੋਣਗੇ। ਉਸ ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡੇਰਾ ਬਿਆਸ 'ਚ ਆ ਰਹੇ ਹੈ। ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਸੋਢੀ ਸਾਹਿਬ? ਦੇਖੋ ਜਗਤਾਰ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਸ ਮੁੱਦੇ ਦੇ ਉੱਪਰ ਅੱਜ ਚਰਚਾ ਨਜ਼ਰੀਏ ਦੇ ਤੌਰ ਤੇ ਰੱਖਿਆ ਹੈ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਜਿੰਨੇ ਵੀ ਇਸ ਚੈਨਲ ਦੇ ਸਰੋਤੇ ਨੇ ਤੇ ਪੈਨਲਿਸਟ ਨੇ, ਸਭ ਨੂੰ ਪਹਿਲਾਂ ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਮਿਹਰਬਾਨੀ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਜੋ ਡੇਰਾ ਬਿਆਸ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੇ ਆਉਣਾ ਹੈ, ਕਿਉਂਕਿ ਮੈਨੂੰ ਯਾਦ ਹੈ ਕਿ ਪਿਛਲੇ ਕਾਫੀ ਸਮੇਂ ਦੇ ਤੋਂ ਬਾਅਦ ਜਿਹੜੇ ਦਿੱਲੀ ਦੇ ਵਿੱਚ ਇੱਥੋਂ ਦੇ ਜਿਹੜੇ ਆਪਣੇ ਡੇਰਾ ਬਿਆਸ ਦੇ ਮੁਖੀ ਨੇ ਸੰਤ ਗੁਰਿੰਦਰ ਸਿੰਘ ਜੀ ਢਿੱਲੋਂ, ਉਹਨਾਂ ਦੀ ਇੱਕ ਮੋਦੀ ਸਾਹਿਬ ਨਾਲ ਮੁਲਾਕਾਤ ਹੋਈ ਸੀ ਪ੍ਰਧਾਨ ਮੰਤਰੀ ਜੀ ਨਾਲ, ਤੇ ਉਹਨਾਂ ਨੇ ਉੱਥੇ ਉਹਨਾਂ ਨੂੰ ਸੱਦਾ ਦਿੱਤਾ ਸੀ ਕਿ ਤੁਸੀਂ ਇੱਕ ਵਾਰੀ ਸਾਡੇ ਡੇਰੇ ਦੇ ਵਿੱਚ ਜ਼ਰੂਰ ਆਓ। ਔਰ ਹੋ ਸਕਦਾ ਹੈ ਕਿ ਉਹਨਾਂ ਨੇ ਸੱਦਾ ਕਬੂਲ ਕਰਦਿਆਂ ਹੋਇਆਂ ਇਸ ਡੇਰੇ ਵਿੱਚ ਆਉਣ ਦਾ ਪ੍ਰੋਗਰਾਮ ਬਣਾਇਆ ਹੋਵੇ। ਲੇਕਿਨ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਜੀ ਜਿੱਥੇ ਵੀ ਕੋਈ ਧਾਰਮਿਕ ਸੰਸਥਾ ਹੈ ਜਾਂ ਸਾਡੇ ਗੁਰੂ ਘਰ ਨੇ, ਮੰਦਿਰ ਨੇ, ਜਾਂ ਹੋਰ ਜਿਹੜੀਆਂ ਕੋਈ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੀਆਂ ਸੰਸਥਾਵਾਂ ਨੇ, ਉਹਨਾਂ ਦੇ ਵਿੱਚ ਆਮ ਸੁਭਾਵਿਕ ਤੌਰ ਤੇ ਉਹ ਜਾਂਦੇ ਰਹਿੰਦੇ ਨੇ। ਉਹ ਧਾਰਮਿਕ ਖਿਆਲਾਂ ਵਾਲੇ ਵਿਅਕਤੀ ਹੋਣ ਕਰਕੇ ਵੀ ਬੜੀ ਸ਼ਰਧਾ ਰੱਖਦੇ ਨੇ ਸਾਰੇ ਧਰਮਾਂ ਦੇ ਵਿੱਚ। ਔਰ ਜਿਹੜੀਆਂ ਕੋਈ ਧਾਰਮਿਕ ਡੇਰੇ ਨੇ ਜਾਂ ਉਹਨਾਂ ਦੇ ਮੁਖੀਆਂ ਨੂੰ ਮਿਲਣਾ, ਉਹ ਇੱਕ ਸੁਭਾਵਿਕ ਗੱਲ ਹੈ। ਸੋ ਮੇਰਾ ਕਹਿਣਾ ਇਹ ਹੈ ਕਿ ਇਹਨੂੰ ਆਪਣੇ ਆਪਣੇ ਨਜ਼ਰੀਏ ਤੋਂ ਹਰ ਬੰਦੇ ਦਾ ਦੇਖਣ ਦਾ ਆਪਣਾ ਆਪਣਾ ਢੰਗ ਹੈ, ਲੇਕਿਨ ਇਹਦੇ ਪਿੱਛੇ ਕੋਈ ਇਹੋ ਜਿਹੀ ਮਨਸਾ ਨਹੀਂ ਹੈ। ਉਹਨਾਂ ਨੇ ਸੱਦਾ ਉਹਨਾਂ ਦਾ ਕਬੂਲ ਕੀਤਾ ਹੈ ਔਰ ਮੈਂ ਸਮਝਦਾ ਕਿ ਉਹ ਜਿੱਥੇ ਆ ਕੇ ਡੇਰੇ ਦੇ ਵਿੱਚ, ਚਲੋ ਡੇਰੇ ਦੇ ਜੋ ਲੱਖਾਂ ਸ਼ਰਧਾਲੂ ਉਹਨਾਂ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੀ ਉਹਨਾਂ ਦੀ ਸ਼ਰਧਾ ਹੈ, ਉਹਨਾਂ ਨੇ ਤਾਂ ਜਾਣਾ ਹੀ ਹੈ। ਲੇਕਿਨ ਜੋ ਉੱਥੇ ਜਿਸ ਤਰ੍ਹਾਂ ਦਾ ਉਹ ਕਹਿੰਦੇ ਨੇ ਕਿ ਸੇਵਾ ਦੇ ਕੰਮ ਨੇ ਜਾਂ ਸਮਾਜ ਸੇਵਾ ਦੇ ਕੰਮ ਕਰਦੇ ਨੇ, ਜਿਸ ਤਰ੍ਹਾਂ ਹੈ, ਚਲੋ ਜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਕੇ ਉੱਥੇ ਉਹਨਾਂ ਨੂੰ ਮਿਲ ਵੀ ਲੈਂਦੇ ਆ ਜਾਂਦੇ ਆ, ਤੇ ਮੈਂ ਸਮਝਦਾ ਇਹਦੇ ਵਿੱਚ ਕੋਈ ਰਾਜਨੀਤੀ ਪੱਖੋਂ ਵਾਲੀ ਗੱਲ ਨਹੀਂ ਹੈ। ਇੱਕ ਆਮ ਸੁਭਾਵਿਕ ਮੈਂ ਕਹਿ ਸਕਦਾ ਮਿਲਣੀ ਆ। ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਪੀਰ ਮੁਹੰਮਦ ਜੀ, ਇੱਕ ਸਵਾਲ ਮੈਂ ਜ਼ਰੂਰ ਤੁਹਾਡੇ ਤੋਂ ਵੀ ਇਸੇ ਮੁੱਦੇ ਤੇ ਲੈਣਾ ਚਾਹਾਂਗਾ। ਦੇਖੋ, 2 ਦਿਨ ਪਹਿਲਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਪ੍ਰਧਾਨ ਨੇ ਦਾਦੂਵਾਲ, ਉਹਨਾਂ ਦੀ ਮੁਲਾਕਾਤ ਡੇਰਾ ਬਿਆਸ ਮੁਖੀ ਨਾਲ ਹਰਿਆਣਾ ਦੇ ਅੰਦਰ ਹੋਈ ਹੈ। ਉਸ ਮੁਲਾਕਾਤ ਤੋਂ ਬਾਅਦ ਜਦੋਂ ਆਪਾਂ ਉਹਨਾਂ ਦੇ ਕਮੈਂਟਸ ਦੇਖਦੇ ਹਾਂ ਤਾਂ ਦਾਦੂਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਖੁੱਲ੍ਹੇ ਤੌਰ 'ਤੇ ਚੁਣੌਤੀ ਦਿੱਤੀ ਹੈ। ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲਿਫਾਫਾ ਕਲਚਰ ਦੀ ਗੱਲ ਕਰਦੇ ਆ, ਪਰਿਵਾਰ ਦੇ ਕਬਜ਼ੇ ਦੀ ਗੱਲ ਕਰਦੇ ਆ। ਖੈਰ, ਇਹ ਸਾਰੀ ਮੁਲਾਕਾਤ ਦੇ ਦੌਰਾਨ ਜਿਹੜਾ ਹੈਗਾ, ਹੁਣ 5 ਨਵੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਿਆਸ ਦੇ ਡੇਰੇ 'ਚ ਆ ਰਹੇ ਆ ਬਾਬਾ ਨਾਲ ਮੁਲਾਕਾਤ ਕਰਨ ਦੇ ਲਈ, ਇਹ ਸਾਰੀਆਂ ਤੰਦਾਂ ਕਿਸ ਤਰੀਕੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਜੀ?
ਦੇਖੋ, ਸਰਦਾਰ ਦਿਆਲ ਸਿੰਘ ਸੋਢੀ ਨੇ ਆਪਣੇ ਹਿਸਾਬ ਦੇ ਨਾਲ ਜੋ ਉਹਨਾਂ ਦਾ ਪਾਰਟੀ ਦਾ ਨਜ਼ਰੀਆ, ਉਹਨਾਂ ਨੇ ਆਪਣੀ ਗੱਲ ਕੀਤੀ ਹੈ। ਪਰ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਨਾਲ ਮੇਰੇ ਵੀ ਬਹੁਤ ਨਿੱਘੇ ਸੰਬੰਧ ਰਹੇ ਨੇ, ਔਰ ਉਹਨਾਂ ਦੇ WhatsApp ਤੋਂ ਹਮੇਸ਼ਾ ਕੋਈ ਨਾ ਕੋਈ ਜਿਹੜਾ ਵੀ ਉਹਨਾਂ ਦੀ ਗਤੀਵਿਧੀ ਹੁੰਦੀ ਹੈ ਉਹ ਆਦਾਨ ਪ੍ਰਦਾਨ ਹੁੰਦੀ ਰਹਿੰਦੀ ਹੈ। ਅੱਜ ਜਦੋਂ ਬਾਬਾ ਜੀ ਦੇ WhatsApp ਤੋਂ ਇੱਕ ਮੈਸੇਜ ਆਇਆ ਸੀ, ਉਹਦੇ ਵਿੱਚ ਇੱਕ ਫੋਟੋ ਸੀ ਕਿ ਡੇਰਾ ਬਿਆਸ ਮੁਖੀ ਨਾਲ ਉਹਨਾਂ ਦੀ ਬੰਦ ਕਮਰਾ ਮੀਟਿੰਗ ਹੋਈ, ਤੇ ਮੈਂ ਬਾਬਾ ਜੀ ਨੂੰ ਥੱਲੇ ਕਮੈਂਟ ਕਰਕੇ ਬੇਨਤੀ ਕੀਤੀ ਸੀ, ਮੈਂ ਬਾਬਾ ਜੀ ਕਿ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਹਰ ਪ੍ਰਾਣੀ ਲਈ ਬੜਾ ਅਹਿਮ ਰੱਖਦਾ, ਪਰ ਸਿੱਖ ਕੌਮ ਲਈ ਜਿਹੜਾ ਅੰਮ੍ਰਿਤਪਾਨ ਕਰਨਾ ਔਰ ਸਿੱਖੀ ਸਿਧਾਂਤਾਂ ਨਾਲ ਜੁੜਨਾ ਇਹ ਬਹੁਤ ਇੱਕ ਸ਼ਲਾਘਾਯੋਗ ਉਪਰਾਲਾ। ਤੇ ਬਾਬਾ ਜਿਹੜੇ ਹੈਗੇ ਨੇ ਰਾਧਾ ਸਵਾਮੀ ਜੀ, ਉਹਨਾਂ ਦੀ ਬੜੀ ਵੱਡੀ ਫਾਲੋਇੰਗ ਹੈ ਇਸ ਦੇਸ਼ ਦੇ ਵਿੱਚ, ਬਾਹਰਲੇ ਵਿਦੇਸ਼ਾਂ ਦੇ ਵਿੱਚ, ਤੇ ਉਹ ਆਪਣੇ ਸ਼ਰਧਾਲੂਆਂ ਨੂੰ ਪ੍ਰੇਰਦੇ ਨੇ। ਤੇ ਤੁਸੀਂ ਕੋਈ ਇਹੋ ਜਿਹਾ ਉਪਰਾਲਾ ਕਰੋ, ਜਿਵੇਂ ਤੁਹਾਡੇ ਨਾਲ ਬਾਬਾ ਜੀ ਦੇ ਬੜੇ ਨਿੱਘੇ ਸੰਬੰਧ ਨੇ, ਤੇ ਤੁਸੀਂ ਉਹਨਾਂ ਨੂੰ, ਜੇ ਉਹ ਆਪ ਅੰਮ੍ਰਿਤਪਾਨ ਕਰ ਲੈਣ ਤੇ ਉਹਨਾਂ ਦੇ ਜਿੰਨੇ ਵੀ ਅਨੁਯਾਈ ਨੇ ਉਹ ਅੰਮ੍ਰਿਤਪਾਨ ਕਰਕੇ ਸਿੱਖੀ ਸਿਧਾਂਤਾਂ ਦੇ ਨਾਲ ਜੁੜ ਜਾਣ, ਤੇ ਮੈਂ ਕਹਿੰਦਾ ਜੀ ਜਿਹੜੀ ਤੁਸੀਂ ਅੱਜ ਤੁਹਾਡੀ ਖਬਰ ਆਈ ਹੈ, ਇਹ ਖਬਰ ਸੰਸਾਰ ਦੀ ਸਭ ਤੋਂ ਵੱਡੀ ਖਬਰ ਬਣੇਗੀ। ਆਪਾਂ ਉਦਾਹਰਨਾਂ ਦਿੰਦੇ ਆ ਕਿ ਡਾਕਟਰ ਅੰਬੇਦਕਰ, ਭੀਮ ਰਾਓ ਜਿਹੜੇ ਆ ਉਹ ਸਿੱਖ ਬਣਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਤਾਂ ਇਹ ਡੇਰਾ ਰਾਧਾ ਸਵਾਮੀ ਨਾਲ ਤੁਹਾਡੇ ਜਿਹੜੇ ਨਿੱਘੇ ਸੰਬੰਧ ਨੇ, ਚਾਹੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਆ, ਤੇ ਤੁਸੀਂ ਉਹਨਾਂ ਦੇ ਉੱਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ, ਗੁਰਬਾਣੀ ਦੀ ਗੱਲ ਕਰਦੇ ਆ, ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਆਪਣੇ ਡੇਰਿਆਂ ਦੇ ਵਿੱਚ, ਤੇ ਨਾਲ ਦੇ ਨਾਲ ਜਿਹੜਾ ਉਹ ਆਪ ਅੰਮ੍ਰਿਤਧਾਰੀ ਬਣ ਜਾਣ, ਉਹਨਾਂ ਦੇ ਜਿਹੜੇ ਜਿੰਨੇ ਵੀ ਉਹਨਾਂ ਦੇ ਲੱਖਾਂ ਪੈਰੋਕਾਰ ਨੇ ਉਹ ਵੀ ਅੰਮ੍ਰਿਤ ਛਕ ਲੈਣ। ਤੇ ਇਹ ਜਿਹੜਾ ਡੇਰਾਵਾਦ ਹੈ, ਇਹ ਜਿਹੜਾ ਸ਼ਬਦ ਗੁਰੂ ਦੇ ਸਿਧਾਂਤ ਨਾਲ ਜਿਹੜਾ ਇੱਕ ਟਕਰਾਅ ਚੱਲਦਾ, ਇਹ ਆਪਣੇ ਆਪ ਖਤਮ ਹੋਵੇਗਾ, ਕਿਉਂਕਿ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਕੋਈ ਵੀ ਪ੍ਰਾਣੀ ਉਹ ਸਿੱਧੇ ਰਸਤੇ ਪੈ ਸਕਦਾ। ਤੇ ਜਿਹੜੇ ਡੇਰਿਆਂ ਦੇ ਮੁਖੀ ਨੇ, ਉਹਨਾਂ ਦੇ ਉੱਤੇ ਜੇ ਇਸ ਤਰ੍ਹਾਂ ਦੀ ਕਿਰਪਾ ਹੋ ਜਾਵੇ ਗੁਰੂ ਪਾਤਸ਼ਾਹ ਦੀ, ਤੇ ਮੈਂ ਕਹਿੰਦਾ ਕਿ ਬਹੁਤ ਵੱਡੀ ਗੱਲ ਹੋਵੇਗੀ। ਦੂਜੀ ਗੱਲ, ਰਾਜਨੀਤਿਕ ਪੈਂਤੜੇਬਾਜ਼ੀ ਦੇ ਵਿੱਚ ਦੇਖੋ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹੋ ਜਿਹੀਆਂ ਚੁਣੌਤੀਆਂ ਸਵੀਕਾਰ ਕਰਦਾ ਰਿਹਾ। ਪਹਿਲਾਂ ਕਾਂਗਰਸ ਨੇ ਹਮੇਸ਼ਾ ਦਖਲਅੰਦਾਜ਼ੀ ਕੀਤੀ ਸਿੱਖਾਂ ਦੇ ਗੁਰਧਾਮਾਂ ਦੇ ਮਸਲਿਆਂ ਦੇ ਵਿੱਚ। SGPC ਸਰਦਾਰ ਦਲਮੇਗ ਸਿੰਘ ਜੀ ਬੈਠੇ ਨੇ, ਇਹਨਾਂ ਨੂੰ ਬਹੁਤ ਤਜਰਬਾ ਹੈ, ਸਮੇਂ-ਸਮੇਂ ਬੜੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਪਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਸਾਡੇ ਚੋਂ ਵਿਛੜ ਚੁੱਕੇ ਆ। ਪਰ ਉਹਨਾਂ ਨੇ ਬੜੇ ਹੀ ਇੱਕ ਐਸੇ ਦੌਰ ਦੇ ਵਿੱਚੋਂ, ਜਦੋਂ ਬੀਬੀ ਜਗੀਰ ਕੌਰ ਜੀ ਪ੍ਰਧਾਨ ਵੀ ਬਣੇ ਸੀ, ਉਹਨਾਂ ਨੇ ਉਸ ਵਕਤ ਵੀ ਰਾਜਨੀਤਿਕ ਲਾਹਾ ਲੈਣ ਲਈ ਕਦੇ ਵੀ ਇਸ ਤਰ੍ਹਾਂ ਦਾ ਸਮਝੌਤਾ ਨਹੀਂ ਸੀ ਕੀਤਾ ਜਿਵੇਂ ਅੱਜ ਦੀ ਲੀਡਰਸ਼ਿਪ ਸਾਡੀ ਕਦੀ BJP ਵੱਲ ਜਾਂ ਕਾਂਗਰਸ ਵੱਲ ਜਾਂਦੀ ਹੈ। ਹਾਲਾਂਕਿ ਉਹਨਾਂ ਦਾ ਜਿੰਨਾ ਵੱਡਾ ਸਟੇਚਰ ਸੀ, ਉਹ ਕਿਸੇ ਵੀ ਪ੍ਰਧਾਨ ਮੰਤਰੀ ਨੂੰ, ਕਿਸੇ ਵੀ ਗ੍ਰਹਿ ਮੰਤਰੀ ਨੂੰ ਜਾਂ ਕਿਸੇ ਨੂੰ ਹੀ ਉਹ ਜੋ ਇੱਕ ਵੀ ਮਾੜੀ ਜਿਹੀ ਗੱਲ ਕਹਿ ਦਿੰਦੇ ਤੇ ਉਹਦੇ ਤੋਂ ਕੋਈ ਮੁਨਕਰ ਨਹੀਂ ਸੀ ਹੋ ਸਕਦਾ। ਮੈਨੂੰ ਯਾਦ ਹੈ ਜਦੋਂ 15 ਮੈਂਬਰੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹਰਿਆਣੇ ਦੇ ਵਿੱਚ ਰੱਖੀ ਗਈ ਸੀ, ਤੇ ਟੌਹੜਾ ਸਾਹਿਬ ਜੀ ਨੇ ਆਪ ਸਾਨੂੰ ਦੱਸਿਆ, ਉਹਨਾਂ ਦਿਨਾਂ 'ਚ ਸਾਡੇ ਇਲਾਕੇ 'ਚ ਆਏ, ਉਹ ਕਹਿੰਦੇ ਜੀ ਇਹ ਕਹਿੰਦੇ ਜੀ ਬੰਸੀ ਲਾਲ ਦੀ ਸਰਕਾਰ ਜਾਂ ਕਿਸੇ ਦੀ, ਕਹਿੰਦੇ ਮੈਨੂੰ ਮੇਰਾ ਸਾਰਿਆਂ ਨਾਲ ਹੀ ਪਿਆਰ ਹੈ, ਪਰ ਇਸ ਮਸਲੇ ਦੇ ਵਿੱਚ ਮੈਂ ਸਿੱਖ ਸੰਸਥਾ ਦੇ ਵਿੱਚ ਕਿਸੇ ਵੀ ਕਾਂਗਰਸੀ ਨੂੰ ਜਾਂ ਕਿਸੇ ਵੀ ਰਾਜਸੀ ਲੀਡਰ ਨੂੰ ਨਹੀਂ ਮੈਂ ਵੜਨ ਦਿਆਂਗਾ, ਤੇ ਮੈਂ ਭਾਵੇਂ ਹਾਰ ਜਾਵਾਂ ਭਾਵੇਂ ਮੈਂ ਜਿੱਤ ਜਾਵਾਂ। ਸੋ ਇਹੋ ਜਿਹੇ ਕਿਰਦਾਰ ਦੇ ਨਾਲ ਸਾਡੀ ਸਿੱਖ ਲੀਡਰਸ਼ਿਪ ਨੂੰ ਲੈਸ ਹੋਣਾ ਚਾਹੀਦਾ। ਇਹ ਜਿਹੜੀਆਂ ਗੱਲਾਂ ਨੇ, ਹੁਣ ਸਾਨੂੰ ਵੀ, ਮੈਂ ਕੱਲ ਵੀ ਕਿਹਾ ਸੀ ਕਿ 35 ਸਾਲ ਹੋ ਗਏ ਨੇ ਸਾਨੂੰ ਸੰਘਰਸ਼ ਕਰਦਿਆਂ ਨੂੰ। ਇੱਕ ਲੀਡਰ ਮੇਰੇ ਕਹਿਣ ਲੱਗਾ ਆਪਣੇ ਬੇਟੇ ਨੂੰ, ਕਹਿੰਦਾ ਜੀ ਕਰਨੈਲ ਸਿੰਘ ਜੀ ਕਦੀ ਤੁਸੀਂ ਰਾਜਸੀ ਪਾਵਰ ਦੇ ਵਿੱਚ ਆਏ ਹੋ? ਮੈਂ ਕਿਹਾ ਜੀ ਰਾਜਸੀ ਪਾਵਰ ਦਾ ਮਤਲਬ, ਕਹਿੰਦੇ ਜੀ ਕੋਈ ਅਹੁਦਾ ਇਹੋ ਜਿਹਾ ਮਿਲਿਆ ਹੋਵੇ ਜਿਹਦੇ ਨਾਲ ਜਿਹੜਾ ਸ਼ਕਤੀ ਤੋਂ ਬਗੈਰ ਤੁਰਿਆ ਨਹੀਂ ਜਾਂਦਾ। ਮੈਂ ਕਿਹਾ ਗੁਰੂ ਦੀ ਸ਼ਕਤੀ ਸਭ ਤੋਂ ਵੱਡੀ ਹੈ। ਸਾਨੂੰ, ਅਸੀਂ ਸੰਘਰਸ਼ ਦੇ ਵਿੱਚ ਆਪਣੇ ਨਾਮ ਨੂੰ ਬਚਾ ਲਈਏ ਔਰ ਪੰਥਕ ਸੋਚ ਨਾਲ ਅੱਗੇ ਚਲੇ ਚਲੀਏ, ਇਹੋ ਹੀ ਮੁੱਖ ਉਜਲੇ ਲੈ ਕੇ ਜਾਣ ਦੀ ਸਭ ਤੋਂ ਵੱਡੀ ਪ੍ਰੇਰਨਾ ਹੁੰਦੀ ਗੁਰੂ ਵੱਲੋਂ, ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਜੀ। ਤੁਹਾਡਾ ਵਿਊ ਪੁਆਇੰਟ ਆ ਗਿਆ ਬਿਲਕੁਲ ਜਿਹੜਾ ਹੈਗਾ ਪੀਰ ਮੁਹੰਮਦ ਜੀ। ਸਰ ਦਲਮੇਗ ਸਿੰਘ ਜੀ, ਇਸੇ ਮਾਮਲੇ ਤੇ ਜਿੱਦਾਂ ਪੀਰ ਮੁਹੰਮਦ ਜੀ ਨੇ ਤਾਂ ਇਹ ਗੱਲ ਕਹੀ ਹੈ ਕਿ ਤੁਹਾਡਾ ਬੜਾ ਲੰਬਾ ਤਜਰਬਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਕਿੰਨੇ ਪ੍ਰਧਾਨ ਆਏ ਹੋਣਗੇ ਗਏ ਹੋਣਗੇ, ਜਿਹੜੇ ਵੱਡੇ ਕੱਦਾਵਰ ਪ੍ਰਧਾਨਾਂ ਦਾ ਜ਼ਿਕਰ ਹੋ ਰਿਹਾ ਉਹਨਾਂ ਨੂੰ ਤੁਸੀਂ ਨਜ਼ਦੀਕ ਤੋਂ ਵੇਖਣ ਤੋਂ ਕੰਮ ਕਰਨ ਦਾ ਮੌਕਾ ਵੀ ਬਣਿਆ ਹੋਏਗਾ। ਡੇਰੇ ਦੀ ਗੱਲ ਤਾਂ ਹੈ ਹੀ ਹੈ, ਪਰ ਸਿੱਧੇ ਤੌਰ ਤੇ ਮੈਂ ਦਲਵੇਗ ਸਿੰਘ ਜੀ ਇਸ ਮੁੱਦੇ ਤੇ ਜ਼ਰੂਰ ਕਿ ਜਿੱਦਾਂ ਹੁਣ ਬੀਬੀ ਜਗੀਰ ਕੌਰ, ਉਹਨਾਂ ਨੇ ਵੀ ਇੱਕ ਸਿੱਧੀ ਚੁਣੌਤੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸੁੱਟੀ ਆ। ਤੁਹਾਡਾ ਬੜਾ ਪੁਰਾਣਾ ਤਜਰਬਾ ਹੈ, ਜਿਹੜੀ ਇਸ ਪ੍ਰਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਸਭ ਤੋਂ ਪਹਿਲਾਂ ਮੈਂ ਆਪਣੇ ਪੈਨਲਿਸਟ ਨੂੰ, ਤੁਹਾਡੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਫਤਿਹ। ਮੈਂ 80 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਆਇਆ। ਉਦੋਂ ਪਹਿਲਾਂ ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ, ਮਾਸਟਰ ਤਾਰਾ ਸਿੰਘ, ਉਹਨਾਂ ਦੇ ਦਰਮਿਆਨ ਵੀ ਸ਼੍ਰੋਮਣੀ ਕਮੇਟੀ ਲਈ ਕਾਫੀ ਕਸ਼ਮਕਸ਼ ਹੁੰਦੀ ਰਹੀ। ਪਰ ਕੁਝ ਚੋਣਾਂ ਇਹੋ ਜਿਹੀਆਂ ਨੇ ਜਿਹੜੀਆਂ ਇਤਿਹਾਸ ਬਣ ਗਈਆਂ। ਮੈਨੂੰ ਅਜੇ ਤੱਕ ਯਾਦ ਆ ਜਦੋਂ ਮੈਂ ਸਰਕਾਰਾਂ ਹਾਰਦੀਆਂ ਦੇਖੀਆਂ, ਤੇ ਉਹ ਵੀ ਯਾਦ ਆ ਜਦੋਂ ਸਰਕਾਰਾਂ ਜਿੱਤਦੀਆਂ ਵੀ ਦੇਖੀਆਂ। ਤੇ ਇਹ ਬੀਬੀ ਜੀ ਜਿਨ੍ਹਾਂ ਨੂੰ ਅੱਜ ਕਿਹਾ ਜਾ ਰਿਹਾ ਕਿ ਤੁਸੀਂ ਚੋਣ ਨਾ ਲੜੋ, ਤੇ ਬੀਬੀ ਜੀ 98 ਚ ਮਾਰਚ ਚ ਪ੍ਰਧਾਨ ਬਣੇ ਸੀ ਪਹਿਲੀ ਵਾਰ। ਉਸ ਤੋਂ ਪਹਿਲਾਂ ਸਭ ਤੋਂ ਜਿਹੜੀ ਔਖੀ ਚੋਣ ਮੈਂ ਸਮਝਦਾ ਕਿ ਮੇਰੇ ਕਾਰਜਕਾਲ ਵਿੱਚ ਹੋਈ, ਮੈਂ ਦੇਖੀ ਆ, ਉਹ 1986 ਵਿੱਚ ਬਰਨਾਲਾ ਸਾਹਿਬ ਜਿਹੜੇ ਸੀ ਉਹ CM ਸੀ, ਤੇ ਕੈਪਟਨ ਕਮਲਜੀਤ ਜਿਹੜੇ ਸੀਗੇ ਉਹ ਗ੍ਰਹਿ ਮੰਤਰੀ ਸੀ। ਤੇ ਗ੍ਰਹਿ ਮੰਤਰੀ ਜੀ ਸਾਰੀ ਉਸ ਚੋਣ ਨੂੰ ਦੇਖ ਰਹੇ ਸੀ, ਤੇ ਉਹ ਆਪ ਅੰਮ੍ਰਿਤਸਰ ਸਰਕਟ ਹਾਊਸ ਵੀ ਬੈਠੇ ਸੀ, ਤੇ ਤੇਜਾ ਸਿੰਘ ਸਮੁੰਦਰੀ ਹਾਲ ਤੱਕ ਆਏ ਸੀ। ਬਸੰਤ ਸਿੰਘ ਖਾਲਸਾ, ਮੇਜਰ ਸਿੰਘ ਓਬੋਕੇ, ਨਿਰਮਲ ਸਿੰਘ ਕਾਲੋਂ, ਇਹ ਜਿਹੜੇ ਸੀਗੇ ਇਹ ਮੰਤਰੀ ਸੀ ਉਸ ਸਰਕਾਰ ਵਿੱਚ। ਪਰ ਉਹਨਾਂ ਨੇ ਵੋਟ ਜਿਹੜੀ ਪਾਈ ਸੀ ਉਹ ਵੋਟ ਸਰਕਾਰ ਦੇ ਉਲਟ ਪਾਈ ਸੀ। ਸਰਕਾਰ ਦਾ ਕੈਂਡੀਡੇਟ ਕਾਬਲ ਸਿੰਘ ਸੀ, ਉਹ ਹਾਰ ਗਿਆ ਸੀ। ਤੇ ਜਿਹੜੀ ਉਸ ਤੋਂ ਬਾਅਦ ਜਿਹੜੀ ਚੋਣ ਆ ਇੱਕ ਅਨੰਦਪੁਰ ਸਾਹਿਬ ਹੋਈ, ਜਦੋਂ ਬਹੁਤਿਆਂ ਨੂੰ ਤੁਹਾਨੂੰ ਯਾਦ ਹੋਏਗਾ ਬਲੈਕ ਥੰਡਰ ਤੋਂ ਬਾਅਦ, ਉਦੋਂ ਸੈਂਟਰ ਗਵਰਨਮੈਂਟ ਵੱਲੋਂ ਇਹ ਕਿਹਾ ਗਿਆ ਸੀ, ਬਰਨਾਲਾ ਸਰਕਾਰ ਸਸਪੈਂਡ ਸੀ, ਕਿ ਤੁਹਾਨੂੰ ਰਿਵਾਈਵ ਤਾਂ ਕਰਾਂਗੇ ਜੇ ਤੁਸੀਂ ਸ਼੍ਰੋਮਣੀ ਕਮੇਟੀ ਜਿੱਤ ਲਓਗੇ। ਪਰ ਉਦੋਂ ਟੌੜਾ ਸਾਹਿਬ ਜੇਲ੍ਹ ਵਿੱਚ ਸਨ, ਉਦੋਂ ਵੀ ਬਹੁਤ ਕੁਝ ਹੋਇਆ, ਪਰ ਜਿਹੜੀ ਜਿੱਤ ਹੋਈ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਹੋਈ। ਸਾਧ ਦਲਮੇਕ ਸਿੰਘ ਜੀ, ਚੰਗਾ ਨਹੀਂ ਲੱਗਦਾ ਜਿਸ ਮੌਕੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਮੈਂ ਵੀ ਬੀਂਗ ਜਰਨਲਿਸਟ ਉਦੋਂ ਕਵਰ ਕਰਨ ਗਿਆ ਸੀ, ਤੇ ਉਦੋਂ ਪੰਥ ਦੀਆਂ ਕਈਆਂ ਦੀਆਂ ਪੱਗਾਂ ਵੀ ਲੱਥੀਆਂ ਉਸ ਲੜਾਈ ਦੇ ਵਿੱਚ। ਕਾਬਲ ਸਿੰਘ ਦੀ ਉਹ ਲੱਥ ਗਈ ਸੀ। ਪਰ ਮੈਨੂੰ ਦੁੱਖ ਵੀ ਹੋ ਰਿਹਾ ਹੈ ਅੱਜ ਇਹ ਗੱਲ ਤੇ, ਕਿ ਜਿਸ ਦਿਨ ਬੰਸੀ ਲਾਲ ਵਾਲੀ ਮੀਟਿੰਗ ਹੋਈ, ਉਸ ਤੋਂ 2 ਦਿਨ ਪਹਿਲਾਂ ਤਾਂ ਮੈਨੂੰ ਟੌੜਾ ਸਾਹਿਬ ਨੇ ਕਿਹਾ ਕਿ ਜੇ ਲੜਾਈ ਮੁੱਕਦੀ ਹੈ ਤੂੰ ਆ ਮੇਰਾ ਅਸਤੀਫਾ ਲੈ ਜਾ ਤੇ ਤਲਵੰਡੀ ਸਾਹਿਬ ਨੂੰ ਦੇ ਦੇ, ਤਲਵੰਡੀ ਸਾਹਿਬ ਬਾਦਲ ਸਾਹਿਬ ਕੋਲ ਚਲੇ ਜਾਣ, ਕਿ ਸਾਰੀ ਗੱਲ ਮੁੱਕ ਜਾਊਗੀ ਤੇ ਪੰਥ ਦਫਾੜ ਨਹੀਂ ਹੋਊਗਾ, ਤੇ ਮੈਨੂੰ ਜੇ ਤਲਵੰਡੀ ਸਾਹਿਬ ਬਣ ਜਾਣ ਪ੍ਰਧਾਨ, ਆ ਅਸਤੀਫਾ ਉਹਨਾਂ ਨੂੰ ਦੇ ਦੇ। ਮੈਂ ਗਿਆ, ਤਲਵੰਡੀ ਸਾਹਿਬ ਉੱਤੇ ਪਾਠ ਕਰਦੇ ਸੀ ਆਪਣੇ ਕੋਠੇ ਤੇ ਉਹ ਸਰਦੀਆਂ ਦੇ ਦਿਨ ਸਨ, ਮੈਨੂੰ ਯਾਦ ਆ ਚੰਗੀ ਤਰ੍ਹਾਂ। ਮੈਂ ਉਹਨਾਂ ਨੂੰ ਉਹ ਅਸਤੀਫਾ ਨਹੀਂ ਫੜਾਇਆ ਹੱਥ 'ਚ, ਪਰ ਮੈਂ ਉਹਨਾਂ ਨੂੰ ਗੱਲ ਕਹੀ ਕਿ ਆਹ ਗੱਲ ਆ, ਉਹਨਾਂ ਵੱਲੋਂ ਸੁਨੇਹਾ। ਤੇ ਦੂਜੇ ਦਿਨ ਆ ਕੇ ਤਲਵੰਡੀ ਸਾਹਿਬ ਨੇ ਮੈਨੂੰ ਜਵਾਬ ਦਿੱਤਾ ਕਿ ਨਹੀਂ, ਗੱਲ ਬਣਨੀ, ਮੇਰੀ ਨਹੀਂ ਬਣਨੀ। ਤੁਸੀਂ ਉਹਨਾਂ ਦੇ ਸ਼ਬਦ ਸਨ, ਜਿਹੜਾ ਮਰਜ਼ੀ ਆਪਣੇ ਘੋੜੇ ਭਜਾਓ। ਚਲੋ ਇਸ ਜਹਾਨ 'ਚ ਅੱਜ ਦੋਵੇਂ ਨਹੀਂ ਗਏ, ਨਾ ਜਥੇਦਾਰ ਗੁਰਚਰਨ ਸਿੰਘ ਟੌੜਾ ਰਹੇ ਨੇ, ਨਾ ਜਥੇਦਾਰ ਜਗਦੇਵ ਸਿੰਘ ਤਲਵੰਡੀ। ਜੀਂਦ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਮੈਨੂੰ ਅਸਤੀਫਾ ਲਿਖ ਕੇ ਦਿੱਤਾ। ਦੂਜੇ ਦਿਨ ਇਜਲਾਸ ਸੀ, ਜਿਸ ਇਜਲਾਸ ਵਿੱਚ ਬੀਬੀ ਜੀ ਨੇ ਪ੍ਰਧਾਨ ਬਣਨਾ ਸੀ। ਉਹ ਅਸਤੀਫਾ ਲੈ ਕੇ ਜਦੋਂ ਮੈਂ ਆਇਆ, ਉਹਨਾਂ ਨੇ ਕਿਹਾ ਕਿ ਮੈਂ ਚੋਣ ਹੀ ਨਹੀਂ ਲੜਦਾ, ਜਿਹਨੂੰ ਮਰਜ਼ੀ ਪ੍ਰਧਾਨ ਬਣਾ ਲੈਣ। ਸਰਦਾਰ ਬਲਬੀਰ ਸਿੰਘ ਪੰਨੂ ਨੂੰ ਵੀ ਆਸ ਸੀ ਕਿ ਮੈਂ ਕੁਝ ਬਣ ਜਾਣਾ, ਉਹ ਜਨਰਲ ਸਕੱਤਰ ਬਣੇ ਬਾਅਦ ਚ। ਕੋਈ ਇੰਨਾ ਡਰ ਸੀ ਕਿਉਂਕਿ ਸਰਕਾਰ ਸੀ, ਕੋਈ ਉੱਥੇ ਪ੍ਰਧਾਨ ਸਾਹਿਬ ਦਾ, ਟੌੜਾ ਸਾਹਿਬ ਦਾ ਅਸਤੀਫਾ ਲਿਆਉਣ ਨੂੰ ਤਿਆਰ ਨਹੀਂ ਸੀ। ਤੇ ਮੈਂ ਅਸਤੀਫਾ ਉਹ ਲੈ ਕੇ ਆਇਆ, ਪਰ ਉਹ ਅਸਤੀਫਾ ਪ੍ਰਵਾਨ ਨਹੀਂ ਸੀ ਕੀਤਾ ਗਿਆ, ਤੇ ਉਦੋਂ ਬੀਬੀ ਜੀ ਦੇ ਸਿਰ ਤੇ ਤਾਜ ਰੱਖਿਆ ਗਿਆ ਸੀ। ਮੈਂ ਸਮਝਦਾ ਸਭ ਤੋਂ ਵੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੁਖਾਂਤ ਹੈ। ਸਾਂਝੇ ਪੰਜਾਬ ਦੀ ਬਣੀ ਹੋਈ ਪੁਰਾਣੀ ਜਿਹੜਾ ਰੈਸਟਵਾਈਲ ਪੰਜਾਬ ਹੈ, ਪ੍ਰੋਵਿੰਸ਼ੀਅਲ ਐਕਟ ਨਾਲ ਬਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਇੱਕ ਸਿੱਖਾਂ ਦੀ ਬਹੁਤ ਵੱਡੀ ਧਰੋਹਰ ਹੈ,
ਸਾਰੀ ਦੁਨੀਆ ਤੇ ਵਸਦਾ ਸਿੱਖ ਉਹਦੇ ਤੇ ਆਸ ਰੱਖਦਾ ਹੈ। ਸਾਰੀ ਦੁਨੀਆ ਸਾਡੇ ਬਜ਼ੁਰਗਾਂ ਨੇ ਜਦੋਂ ਵੋਟ ਦਾ ਅਧਿਕਾਰ ਹਿੰਦੁਸਤਾਨ ਨੂੰ ਨਹੀਂ ਸੀ ਮਿਲਿਆ ਉਦੋਂ ਡੈਮੋਕ੍ਰੈਟਿਕ ਅਧਿਕਾਰ ਲੈ, ਪਰ ਅੱਜ ਹਰਿਆਣਾ ਵੱਖ ਹੋਇਆ, ਜਿਹੜੀ ਅੱਗੇ ਚੱਲ ਰਹੀ ਹੈ ਗੱਲ ਉਹ ਵੀ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਮੈਂ ਉੱਥੇ ਸਾਰੀ ਉਮਰ ਆਪਣੀ ਜਿੱਥੇ ਉਪਜੀਵਕਾ ਕਮਾਈ ਹੈ, ਸੇਵਾ ਕੀਤੀ ਹੈ, ਟੋੜਾ ਸਾਹਿਬ ਦੇ ਨਾਲ ਕੰਮ ਕੀਤਾ ਹੈ। ਅੱਜ ਇੰਨਾ ਦੁੱਖ ਹੈ ਕਿ ਕੌਮ ਦੀ ਏਡੀ ਵੱਡੀ ਸੰਸਥਾ, ਜਿਸ ਸੰਸਥਾ ਦੇ ਸਮੇਤ ਤੇ ਚੀਫ ਮਿਨਿਸਟਰ ਤਾਂ ਕੁਝ ਵੀ ਨਹੀਂ, ਮਤਲਬ ਦਿੱਲੀ ਵਿੱਚ ਜੇ ਕੋਈ ਸੁਨੇਹਾ ਜਾਂਦਾ ਸੀ ਤਾਂ ਉਹ ਇੱਕਦਮ ਪੂਰਾ ਹੁੰਦਾ ਸੀ, ਚਾਹੇ ਉਹ ਕੋਈ ਪ੍ਰਧਾਨ ਮੰਤਰੀ ਹੋਵੇ ਤੇ ਗ੍ਰਹਿ ਮੰਤਰੀ ਹੋਵੇ। ਅੱਜ ਉਹਦਾ ਜੋ ਹਾਲ ਹੈ ਅਸੀਂ ਦੇਖਦੇ ਹਾਂ ਜੀ, ਜਿਸ ਤਰ੍ਹਾਂ ਉਹਨੂੰ ਉਹਦੇ ਤੇ ਮੈਂ ਬਤੌਰ ਸਿੱਖ ਵੀ, ਬਤੌਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਧਿਕਾਰੀ ਵੀ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਿੱਖਾਂ ਲਈ ਉਹਨਾਂ ਦੀ ਜਿਹੜੀ ਧਰੋਹਰ ਹੈ ਉਹਨੂੰ ਸਾਂਭਣਾ ਚਾਹੀਦਾ ਸੀ। ਬਿਲਕੁਲ ਸਰ ਦਲਮੇਸ਼ ਸਿੰਘ ਜੀ, ਬਿਲਕੁਲ ਇਹ ਨਹੀਂ ਕਹਾਂਗਾ। ਅੱਜ ਮੈਂ ਪੀਰ ਮੁਹੰਮਦ ਸਾਹਿਬ ਨਾਲ ਬਹੁਤ ਸਾਰੀਆਂ ਗੱਲਾਂ ਨਾਲ ਇਤਫਾਕ ਰੱਖਦਾ, ਜਿਹੜੀਆਂ ਉਹਨਾਂ ਨੇ ਕਹੀਆਂ ਨੇ, ਉਹਨਾਂ ਦੀ ਗੱਲ ਨਾਲ ਬੜਾ ਚਿਰ ਇਹਨਾਂ ਨੇ ਵੀ ਆਪਣੀ ਜ਼ਿੰਦਗੀ ਦਾ ਸੰਘਰਸ਼ ਚਲਾਇਆ। ਪਰ ਇਹ ਡੇਰੇਦਾਰ ਜਿਹੜੇ ਨੇ ਉਹਨਾਂ ਨੂੰ ਸ਼ਹਿ ਦੇਣ ਲਈ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹੋਏ। ਬਹੁਤ ਵੱਡਾ ਸਵਾਲ ਹੈ ਸਰ ਦਲਮੇਸ਼ ਸਿੰਘ ਜੀ, ਆਪਾਂ ਬਾਕੀ ਮਹਿਮਾਨਾਂ ਦੀ ਵੀ ਰਾਏ ਲੈਣੀ ਹੈ। ਬਹੁਤ ਕਹਾਂ ਕਿਹੜੇ ਇਹ ਬਾਰੇ ਮੈਂ ਮੇਰੀ ਜ਼ਬਾਨ ਕੁਝ ਕਹੇ ਕਿ ਕਿਹੜੇ ਡੇਰੇ ਨੂੰ ਅਸੀਂ ਕਦ ਸਰਪ੍ਰਸਤੀ ਦਿੱਤੀ ਤੇ ਕੀ ਹੋਇਆ, ਉਹ ਮੈਨੂੰ ਚੰਗਾ ਨਹੀਂ ਲੱਗਦਾ। ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਫੇਰ ਆਵਾਂਗੇ ਤੁਹਾਡੇ ਵੱਲ ਇਸੇ ਮੁੱਦੇ ਤੇ। ਤੁਸੀਂ ਆਪਣੇ ਜਿਹੜੀ ਵੇਦਨਾ ਵੀ ਦੱਸੀ ਔਰ ਸਵਾਲ ਵੀ ਵੱਡਾ। ਜੋਗਾ ਸਿੰਘ ਜੀ, ਇਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿੱਦਾਂ ਸਾਰੇ ਮਹਿਮਾਨਾਂ ਦੀ ਰਾਏ ਨਜ਼ਰੀਆ ਵੱਖਰਾ ਵੱਖਰਾ ਹੋ ਸਕਦਾ, ਪਰ ਜਿਹੜੀ ਇੰਪੋਰਟੈਂਸ ਆ, ਮਹੱਤਤਾ ਇਹ ਹੈ ਕਿ ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ, ਇਹ ਕੋਈ ਸਧਾਰਨ ਗੱਲ ਨਹੀਂ। ਅਸਾਧਾਰਨ ਜਿਹੜਾ ਸਥਿਤੀ ਹੈ ਇਸ ਵੇਲੇ, ਜਿੱਦਾਂ ਸਰ ਦਲਮੇਸ਼ ਸਿੰਘ ਉਹਨਾਂ ਨੇ ਵੀ ਕਿਹਾ ਕਿ ਜੋ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ, ਜਿਸ SGPC ਤੋਂ ਸਰਕਾਰਾਂ ਉਹਨਾਂ ਦੇ ਸੁਨੇਹੇ ਤੋਂ ਥਰ ਕੰਬਦੀਆਂ ਸੀ, ਤੇ ਹੁਣ ਕਿਸ ਤਰੀਕੇ ਦੇ ਨਾਲ ਉੱਥੇ ਆਪੋ ਧਾਪੀ ਪਈ ਵੀ ਹੈ। ਉਹਨਾਂ ਨੇ ਡੇਰਾਬਾਦ ਦੇ ਮੁੱਦੇ ਦੀ ਵੀ ਗੱਲ ਕੀਤੀ ਹੈ ਕਿ ਜੇ ਆਪਾਂ ਇਹਦੀ ਗੱਲ ਕਰਦੇ ਹਾਂ ਤਾਂ ਕਿਸ ਨੇ ਹੱਲਾਸ਼ੇਰੀ ਦਿੱਤੀ ਇਸ ਡੇਰਾਬਾਦ ਨੂੰ, SGPC ਦੇ ਨਾਲ ਵੀ ਸਵਾਲ ਉੱਠਦੇ ਹੈ। ਜੀ ਜੋਗਾ ਸਿੰਘ ਜੀ। ਬਿਲਕੁਲ ਜੀ, ਜਿਹੜੀ ਸਰਦਾਰ ਦਲਮੇਸ਼ ਸਿੰਘ ਉਹਨਾਂ ਨੇ ਗੱਲ ਕਹੀ ਹੈ ਬਿਲਕੁਲ ਸਹੀ ਹੈ। ਡੇਰਾਬਾਦ ਦੀ ਗੱਲ ਕੀਤੀ ਹੈ, ਜਿਵੇਂ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਗੱਲ ਕੀਤੀ ਹੈ ਕਿ ਬਲਜੀਤ ਸਿੰਘ ਦਾਦੂਵਾਲ ਉਹਨਾਂ ਕੋਲ ਆਪਣਾ ਡੇਰਾ ਦਾ ਮੁਖੀ ਤੇ ਉਹ ਵੀ ਡੇਰਾ ਹੈ। ਇਸੇ ਤਰ੍ਹਾਂ ਮੈਂ ਸਮਝਦਾ ਕਿ ਚਲੋ ਬਲਜੀਤ ਸਿੰਘ ਦਾਦੂਵਾਲ ਤਾਂ ਇੱਕ ਸੰਤ ਹੈ, ਲੇਕਿਨ ਅਸਲ ਜ਼ਿੰਮੇਵਾਰੀ ਜਿਹੜੀ ਸਭ ਤੋਂ ਵੱਡੀ ਸੰਸਥਾ ਸਿੱਖਾਂ ਦੀ ਸ਼੍ਰੋਮਣੀ ਅਕਾਲੀ ਦਲ ਹੈ, ਤੇ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਵੀ ਅਗਵਾਈ ਕਰਨ ਵਾਲੀ ਸੰਸਥਾ ਸੀ, ਉਹਦੇ ਮੁਖੀਆਂ ਦੀ ਬਣਦੀ ਸੀ। ਲੇਕਿਨ ਜਦੋਂ ਉਹਨਾਂ ਦੇ ਮੁਖੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਬਾਦਲ ਹੀ ਰਾਮ ਰਹੀਮ ਦੇ ਚਰਨਾਂ 'ਚ ਜਾ ਕੇ ਪਰਿਵਾਰ ਮੱਥੇ ਟੇਕਣਗੇ ਤਾਂ ਇਹ ਤੋਂ ਵੱਡਾ ਦੁਖਾਂਤ ਹੋਏਗਾ। ਤੇ ਉਹਦੇ ਨਾਲ ਇੱਕ ਐਡੀ ਵੱਡੀ ਹੱਲਾਸ਼ੇਰੀ ਮਿਲੀ ਰਾਮ ਰਹੀਮ ਤੇ ਉਹਦੇ ਚੇਲਿਆਂ ਨੂੰ ਕਿ ਉਹਨਾਂ ਨੇ ਜਾ ਕੇ ਇਹ ਜਿਹੜਾ ਪਿੱਛੇ ਜੇ ਕਾਂਡ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬੇਅਦਬੀਆਂ ਤੱਕ ਚਲਿਆ ਗਿਆ। ਤੋ ਇਸ ਕਰਕੇ ਮੈਂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਹੋਰਾਂ ਨੂੰ ਕਹਾਂਗਾ ਕਿ ਜਿੱਥੇ ਉਹਨਾਂ ਦੀ ਸਿੱਖ ਕੌਮ ਦੇ ਲਈ ਘਾਲਣਾ ਹੈ, ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਸਾਰੀ ਲੰਬੀ ਉਮਰ ਲਾਈ ਹੈ। ਲੇਕਿਨ ਮੈਂ ਇਹ ਸਮਝਦਾ ਕਿ ਇੱਕ ਪਾਸੇ ਤਾਂ ਡੇਰਾ ਮੁਖੀ ਰਾਧਾ ਸੁਆਮੀ ਡੇਰਾ ਮੁਖੀ ਆਪਣਾ ਗੁਰਿੰਦਰ ਸਿੰਘ ਜੀ ਜੇਕਰ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਸਥਾਨ ਤੇ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਦੇ ਆ ਤਾਂ ਗੁਰੂ ਦੇ ਦਰਬਾਰ 'ਚ ਜਾ ਕੇ ਮੱਥਾ ਹਰੇਕ ਕੋਈ ਟੇਕ ਸਕਦਾ, ਇਹਦੇ ਵਿੱਚ ਕੋਈ ਉਹ ਨਹੀਂ। ਲੇਕਿਨ ਦੂਜੇ ਪਾਸੇ ਕੀ ਉਹ ਗਲਤੀਆਂ ਨਹੀਂ ਹੈਗੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਾਂ ਉਹਨਾਂ ਦੇ ਬਣਾਏ ਹੋਏ ਕੈਂਡੀਡੇਟਾਂ ਨੇ ਵੋਟ ਖਾਤਰ ਜਾ ਕੇ ਲੰਬੀਆਂ ਲਾਈਨਾਂ ਲਾ ਕੇ ਰਾਮ ਰਹੀਮ ਦੇ ਚਰਨਾਂ ਦੇ ਵਿੱਚ ਜਾ ਕੇ ਮੱਥੇ ਟੇਕੇ। ਤੋ ਅੱਜ ਜਿਹੜੇ ਹਾਲਾਤ ਬਣੇ ਆ, ਭਾਵੇਂ 3 ਸੀਟਾਂ ਤੱਕ ਆ ਗਏ, ਭਾਵੇਂ ਸ਼੍ਰੋਮਣੀ ਕਮੇਟੀ ਦੇ ਵਿੱਚ ਇਹ ਹਾਲਾਤ ਬਣੇ ਆ, ਇਹਦੇ ਵਿੱਚ ਸਾਰਿਆਂ ਤੋਂ ਵੱਡਾ ਰੋਲ ਹੈ ਜਿਹੜਾ ਉਹ ਰੋਲ ਇਹਨਾਂ ਲੋਕਾਂ ਕਰਕੇ ਹੋਇਆ। ਜਿੱਥੋਂ ਤੱਕ ਅੱਜ ਬੀਬੀ ਜ਼ਕੀਰ ਕੌਰ ਨੂੰ ਬਾਹਰ ਕੱਢਤਾ, ਮੈਂ ਅੱਜ ਆਰਟੀਕਲ ਪੜ੍ਹ ਰਿਹਾ ਸੀ, ਖਬਰਾਂ ਪੜ੍ਹ ਰਿਹਾ ਸੀ ਹੁਣ ਅਖਬਾਰ ਦੇ ਵਿੱਚ
ਕਿ ਜਿਹੜੀ ਵੀ ਆਵਾਜ਼ ਕੋਈ ਵੀ ਬਾਦਲ ਪਰਿਵਾਰ ਦੇ ਖਿਲਾਫ ਉੱਠੀ, ਉਹਦੇ ਵਿੱਚ ਟੌੜਾ ਸਾਹਿਬ ਦਾ ਵੀ ਜ਼ਿਕਰ ਆਉਂਦਾ ਹੈ, ਬਟਾਲਾ ਪਰਿਵਾਰ ਦਾ ਵੀ ਆਉਂਦਾ ਹੈ, ਆਪਣਾ ਤਲਵੰਡੀ ਸਾਹਿਬ ਦਾ ਵੀ ਆਉਂਦਾ, ਹੋਰ ਵੀ ਅਕਾਲੀ ਪਰਿਵਾਰਾਂ ਦੇ ਜ਼ਿਕਰ ਆਉਂਦੇ ਆ, ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ। ਤੇ ਅੱਜ ਉਹੀ ਜਗੀਰ ਕੌਰ ਦੇ ਨਾਲ ਹੋਇਆ। ਭਾਵੇਂ ਇਹ ਨਹੀਂ ਪਤਾ ਕਿ ਬੀਬੀ ਜਗੀਰ ਕੌਰ ਨੂੰ ਕਿਸ ਨਜ਼ਰੀਏ ਦੇ ਨਾਲ ਕੱਢਿਆ ਗਿਆ, ਜਾਂ ਬੀਬੀ ਜਗੀਰ ਕੌਰ ਕਿਸ ਨਜ਼ਰੀਏ ਦੇ ਨਾਲ ਖੜੀ ਹੋਈ ਹੈ, ਜਾਂ ਕੋਈ ਅੰਦਰੂਨੀ ਹੀ ਇਹਨਾਂ ਦਾ ਅੰਡਰਸਟੈਂਡਿੰਗ ਹੈ ਕਿ ਕਿਤੇ ਵਿੱਚੋਂ ਵਿਰੋਧ ਜਿਹੜਾ ਪੈਦਾ ਹੋਏਗਾ, ਉਹ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਹੈ ਉਹ ਬੀਬੀ ਜਗੀਰ ਕੌਰ ਦੇ ਨਾਲ ਆ ਜਾਣ। ਕਿਉਂਕਿ ਪ੍ਰੇਮ ਸਿੰਘ ਚੰਦੂਮਾਜਰਾ ਜੀ ਵੀ ਕਈ ਵਾਰ ਪਾਰਟੀ ਛੱਡ ਕੇ ਦੁਬਾਰਾ ਆ ਗਏ, ਹੋਰ ਵੀ ਲੀਡਰ ਪਾਰਟੀਆਂ ਛੱਡ ਕੇ ਦੁਬਾਰਾ ਚਲੇ ਜਾਂਦੇ ਆ। ਤੋ ਅਜੇ ਸਥਿਤੀ ਕਲੀਅਰ ਨਹੀਂ ਕਿ ਬੀਬੀ ਜਗੀਰ ਕੌਰ ਕੀ ਵਾਕਈ ਹੀ ਬਾਦਲਾਂ ਨੂੰ ਛੱਡ ਚੁੱਕੇ ਹੈ। ਤੋ ਮੈਂ ਇਹ ਸਮਝਦਾ ਕਿ ਅੱਜ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੁਸੀਂ ਕਿਹਾ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਹਰੀ ਹਮਲੇ ਨਾ ਹੋਣ, ਉਹਨਾਂ ਬਾਹਰੀ ਹਮਲਿਆਂ ਨੂੰ ਰੋਕਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਸੀ, ਸ਼੍ਰੋਮਣੀ ਅਕਾਲੀ ਦਲ ਦੀ ਵਲੰਟੀਅਰ ਬ੍ਰਿਗੇਡ ਬਣਾਈ ਗਈ ਸੀ। ਲੇਕਿਨ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਐਡਾ ਵੱਡਾ ਕਬਜ਼ਾ ਕਰ ਲਿਆ ਕਿ ਉਸ ਕਬਜ਼ੇ ਨੂੰ ਆਪਾਂ ਰੋਕ ਨਹੀਂ ਸਕ ਰਹੇ, ਜਿਹਦੇ ਕਰਕੇ ਵਿੱਚੋਂ ਵਿਰੋਧ ਪੈਦਾ ਹੋ ਰਿਹਾ ਹੈ। ਔਰ ਮੈਂ ਸਮਝਦਾ ਕਿ ਵਿਰੋਧ ਉਸ ਕਦਰ ਚਲਿਆ ਜਾਏਗਾ ਕਿ ਉਹ ਵਿਰੋਧ ਇਹਨਾਂ ਤੋਂ ਰੁਕਣਾ ਨਹੀਂ। ਜੀ ਪੀਰ ਮੁਹੰਮਦ ਜੀ, ਮੈਂ ਪਹਿਲਾਂ ਤੁਹਾਡੇ ਤੋਂ ਇਸ ਮੁੱਦੇ ਤੇ, ਕਿਉਂਕਿ ਕਈ ਸਵਾਲ ਜਿਹੜੇ ਸਿੱਧੇ ਤੌਰ ਤੇ ਅਕਾਲੀ ਦਲ ਨਾਲ ਜੁੜਦੇ ਆ, ਜਾ ਕੇ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਦੀ ਅਗਵਾਈ ਹੇਠਾਂ ਕੰਮ ਕਰਨ ਵਾਲੀ ਲੀਡਰਸ਼ਿਪ ਨੇ ਜਿਹੜੀ ਭੂਮਿਕਾ ਨਿਭਾਈ, ਉਹਦੇ ਕਰਕੇ ਸਥਿਤੀ ਨਿਗਾਰ ਵੱਲ ਗਈ, ਪਰਿਵਾਰਵਾਦ ਦੀ ਗੱਲ ਵੀ ਕੀਤੀ ਜਾ ਰਹੀ ਹੈ, ਔਰ ਸਪਸ਼ਟ ਤੌਰ ਤੇ ਇਹਦੇ ਲਈ ਜ਼ਿੰਮੇਵਾਰ ਵੀ ਇਸ ਲੀਡਰਸ਼ਿਪ ਨੂੰ ਹੀ ਠਹਿਰਾਇਆ ਜਾ ਰਿਹਾ ਹੈ। ਤੇ ਜੇ ਕੋਈ ਬਗਾਵਤ ਕਰਦਾ ਜਾਂ ਵਿਰੋਧ ਕਰਦਾ ਤੇ ਕਹਿੰਦੇ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ। ਇੱਕੋ ਇੱਕ ਗੱਲ, ਚਾਹੇ ਟੌੜਾ ਸਾਹਿਬ ਹੋਣ, ਤਲਵੰਡੀ ਸਾਹਿਬ ਹੋਣ ਜਾਂ ਬੀਬੀ ਜਗੀਰ ਕੌਰ ਹੋਵੇ, ਇੱਕੋ ਹੀ ਫਾਰਮੂਲਾ ਸਾਰਿਆਂ ਲਈ। ਜੀ ਪੀਰ ਮੁਹੰਮਦ ਜੀ। ਦੇਖੋ ਜਦੋਂ ਕੋਈ ਪ੍ਰਾਪਤੀ ਹੁੰਦੀ ਹੈ ਉਹ ਵੀ ਕਲੈਕਟਿਵ ਹੁੰਦੀ ਹੈ, ਜੇ ਕੋਈ ਅਸਫਲਤਾ ਹੁੰਦੀ ਹੈ ਉਹ ਵੀ ਕਲੈਕਟਿਵ ਹੁੰਦੀ ਹੈ। ਦੇਖੋ ਬੀਬੀ ਜਗੀਰ ਕੌਰ ਜੀ, ਜਦੋਂ ਹੁਣ ਜਿਵੇਂ ਸਰਦਾਰ ਦਲਮੇਕ ਸਿੰਘ ਨੇ ਪੂਰੀ ਡਿਟੇਲ 'ਚ ਦੱਸਿਆ, ਸਰਦਾਰ ਜੋਗਾ ਸਿੰਘ ਚੱਪੜ ਜੀ ਨੇ ਡੇਰਾਵਾਦ ਦੀ ਗੱਲ ਨੂੰ ਸਾਰਾ ਕਲੀਅਰ ਕੀਤਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਬੀਬੀ ਜੀ ਹੁਣ ਕਹਿ ਰਹੇ ਨੇ ਕਿ ਮੈਨੂੰ 4 ਵਾਰ ਪ੍ਰਧਾਨ ਬਣਾਇਆ, ਤੇ 4 ਵਾਰ ਜਿਹੜਾ ਉਹ ਲਿਫਾਫੇ ਦੀ ਗੱਲ ਹੁੰਦੀ ਸੀ ਉਦੋਂ, ਉਹ ਅੱਜ ਹੁਣ ਇਹ ਗੱਲ ਕਰ ਰਹੇ ਨੇ। ਉਹ ਉਦੋਂ ਕਿਹੜਾ ਲਿਫਾਫਾ ਸੀ, ਉਹ ਕਿਹੜਾ ਮਨੀ ਆਰਡਰ ਸੀ ਵੱਖਰਾ? ਉਦੋਂ ਵੀ ਇਸ ਤਰ੍ਹਾਂ ਦਾ ਸੀ, ਇੱਕ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਹ ਸਾਰਾ ਸਿਸਟਮ ਚੱਲ ਰਿਹਾ। ਜਾਂ ਤਾਂ ਤੁਸੀਂ ਵਿੱਚ ਰਹਿ ਕੇ ਉਸ ਚੀਜ਼ ਦਾ ਵਿਰੋਧ ਕੀਤਾ ਹੋਵੇ ਔਰ ਉਹਦੇ ਉੱਤੇ ਤੁਸੀਂ ਪਹਿਰਾ ਦਿੱਤਾ ਹੋਵੇ, ਫਿਰ ਤਾਂ ਤੁਸੀਂ ਵੱਖਰੀ ਗੱਲ ਕਰ ਸਕਦੇ ਹੋ। ਅੱਜ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵੇਖੋ ਜੀ ਮੈਂ RSS ਦੀ ਗੱਲ ਕੀਤੀ ਸੀ, ਮੈਨੂੰ ਉਦੋਂ ਰੋਕਿਆ ਗਿਆ, ਤੇ ਇਹਦਾ ਮਤਲਬ ਹੈ ਕਿ ਜੇ ਤੁਹਾਨੂੰ ਉਦੋਂ ਰੋਕਿਆ ਗਿਆ ਤੇ ਅੱਜ ਤੁਸੀਂ RSS ਦਾ ਜਿਹੜਾ ਇੱਕ ਪ੍ਰਭਾਵ ਹੈ ਜਿਹੜਾ ਇਸ ਪੰਜਾਬ ਦੇ ਵਿੱਚ ਜਾਂ ਸਿੱਖ ਕੌਮ ਦੀਆਂ ਸੰਸਥਾਵਾਂ ਦੇ ਉੱਤੇ, ਜਿਵੇਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਪਿਆ ਹੈ ਜਾਂ ਹਰਿਆਣੇ ਦੇ ਵਿੱਚ ਪੈ ਰਿਹਾ, ਉਹਨੂੰ ਤੁਸੀਂ ਇੰਪਲੀਮੈਂਟ ਇੱਥੇ ਕਰਨਾ ਚਾਹੁੰਦੇ ਹੋ, ਜਾਣੇ ਜਾਂ ਅਣਜਾਣੇ। ਇਹ ਨਹੀਂ ਮੈਂ ਕਹਿੰਦਾ ਕਿ ਬੀਬੀ ਜੀ ਕੋਈ ਉਹਨਾਂ ਦੇ ਨਾਲ ਬਿਲਕੁਲ ਘਿਓ ਖਿਚੜੀ ਹੋ ਗਏ ਆ, ਕਿਉਂਕਿ ਮੈਨੂੰ ਯਾਦ ਹੈ, ਸਰਦਾਰ ਦਲਮੇਕ ਸਿੰਘ ਨੂੰ ਵੀ ਯਾਦ ਹੋਵੇਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਚੋਣ ਹੋ ਰਹੀ ਸੀ, ਮੈਂ ਤੇ ਕੈਪਟਨ ਕਮਲਜੀਤ ਸਿੰਘ ਜੀ ਅਸੀਂ ਇਕੱਠੇ ਸਫ਼ਰ ਕਰ ਰਹੇ ਸੀ, ਤੇ ਉਹ ਮੈਨੂੰ ਕਹਿੰਦੇ ਕਿ ਯਾਰ ਆਪਾਂ ਭੇਸ ਬਦਲ ਕੇ ਵੀ ਉੱਥੇ ਪਹੁੰਚਣਾ, ਜਿਵੇਂ ਮਰਜ਼ੀ ਪਹੁੰਚੀਏ। ਅਸੀਂ ਮਹਿਤਾ ਚੌਂਕ ਦੇ ਵੱਲੋਂ ਦੀ ਜਾ ਰਹੇ ਸੀ ਉੱਥੇ। ਜਦੋਂ ਅਸੀਂ ਪਹੁੰਚੇ ਜਿਹੜਾ ਉੱਥੇ ਆਪਣੇ ਦਰਬਾਰ ਸਾਹਿਬ ਦੇ ਲਾਗੇ ਭਾਈ ਗੁਰਦਾਸ ਹਾਲੇ, ਉੱਥੇ ਅਸੀਂ ਰਾਤ ਠਹਿਰਨਾ ਸੀ। ਉਦੋਂ ਤਾਂ ਖਬਰ ਆ ਗਈ ਕਿ ਜਿੰਨੀ ਵੀ ਫੋਰਸ ਲੱਗੀ ਹੋਈ ਹੈ ਸਾਰੀ ਢਾਹ ਲਈ ਗਈ ਹੈ ਤੇ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ, ਤੇ ਚੋਣ ਜਿਹੜੀ ਹੈ ਉਹ ਬਿਲਕੁਲ ਉਸ ਦੇ ਵਿੱਚ ਪੰਜਾਬ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ। ਤੇ ਫਿਰ ਕਹਿਣ ਲੱਗ ਪਏ। ਪੀਰ ਮੁਹੰਮਦ ਜੀ ਸੌਰੀ, ਬਿਲਕੁਲ ਜਿਹੜੀ ਤੁਹਾਡੀ ਗੱਲ ਸਹੀ ਹੈ ਕਿ ਇਸ ਤਰ੍ਹਾਂ ਦੇ ਦੋਸ਼ ਪ੍ਰਤੀਦੋਸ਼ ਲੱਗਦੇ ਹੈ, ਪਰ ਅਕਸਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਅਕਾਲੀ ਦਲ ਦੇ ਅੰਦਰ ਕੋਈ ਵਿਰੋਧ ਕਰਦਾ ਜਾਂ ਇੱਦਾਂ ਦਾ ਆਪਣਾ ਵੱਖਰਾ ਨਜ਼ਰੀਆ ਰੱਖਦਾ ਹੈ, ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਦੇ ਹਮਾਇਤੀ ਹੈ, ਹੁਣ RSS ਤੇ ਭਾਜਪਾ ਦੀ ਗੱਲ ਹੈ। ਤੁਸੀਂ ਆਪ ਵੀ ਕਹਿੰਦੇ ਹੋ ਕਿ ਕੋਈ ਜ਼ਰੂਰੀ ਨਹੀਂ ਕਿ ਬੀਬੀ ਜਗੀਰ ਕੌਰ RSS ਜਾਂ ਭਾਜਪਾ ਨਾਲ ਉਹਨਾਂ ਦੀ ਕੋਈ ਸਾਂਝ ਹੋਵੇ, ਵਿਚਾਰ ਮਿਲਦੇ ਹੋਣ, ਪਰ ਜਦੋਂ ਵੀ ਪਾਰਟੀ 'ਚ ਕੋਈ ਇੱਦਾਂ ਦੀ ਗੱਲ ਉੱਠਦੀ ਹੈ ਫਿਰ ਇੱਕੋ ਗੱਲ ਕਿਉਂ ਕੀਤੀ ਜਾਂਦੀ ਹੈ? ਦੇਖੋ ਚਿਹਰਿਆਂ ਦੀ ਰਾਜਨੀਤੀ ਜਿਹੜੀ ਹੈ ਉਹ ਸਾਨੂੰ ਲੈ ਕੇ ਬਹਿ ਗਈ ਹੈ। ਸਾਨੂੰ ਦੇਖੋ 185 ਮੈਂਬਰਾਂ ਦਾ ਜਨਰਲ ਹਾਊਸ ਹੈ, ਉਹਦੇ ਵਿੱਚੋਂ 5 ਸਿੰਘ ਸਾਹਿਬਾਨ ਜੀ ਨੇ, ਲੇਕਿਨ ਬਾਕੀ ਜਿਹੜੇ ਆ ਉਹ ਤਾਂ ਸਾਰੇ ਵੋਟ ਪਾਉਂਦੇ ਨੇ, ਤੇ ਇਕੱਲਾ ਇਹਨਾਂ ਨੂੰ 4-5 ਉਮੀਦਵਾਰਾਂ ਨੂੰ ਹੀ ਹੱਕ ਹੁੰਦਾ ਕਿ ਇਹਨਾਂ ਨੇ ਵਾਰ-ਵਾਰ ਖੜੇ ਹੋਣਾ।
ਇਹ ਹੱਕ ਜਿਹੜਾ ਦੂਸਰਿਆਂ ਨੂੰ ਕਿਉਂ ਨਹੀਂ ਮਿਲਦਾ? ਇਸ ਦਾ ਮਤਲਬ ਇਹ ਆ ਕਿ ਜੇ ਇੱਥੇ ਚੋਣ ਹੋ ਰਹੀ ਏ, ਇਸ ਚੋਣ ਦੇ ਵਿੱਚ ਇੱਕ ਸੰਕਟ ਚੱਲ ਰਿਹਾ ਹੈ। ਸਾਡੇ ਸਾਹਮਣੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਰੌਲਾ ਪੈ ਰਿਹਾ, ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਰੌਲਾ ਪੈ ਗਿਆ। ਤੁਸੀਂ ਜਿਸ ਦਲ ਦੇ ਵਿੱਚ ਖੜੇ ਹੋ ਉਹ ਇੱਕ ਸੰਕਟ ਦੇ ਵਿੱਚੋਂ ਲੰਘ ਰਿਹਾ, ਤਾਂ ਉਸ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ, ਚੰਗੀਆਂ ਜਾਂ ਮਾੜੀਆਂ, ਉਹਦੇ ਵਿੱਚ ਕਲੈਕਟਿਵ ਤੌਰ ਤੇ ਤੁਸੀਂ ਵੀ ਉਹਨੇ ਵੀ ਰਿਸਪੌਂਸੀਬਲ ਹੈਗੇ ਹੋ। ਤਾਂ ਅੱਜ ਆਪਾਂ ਇਸ ਮੌਕੇ ਦੇ ਉੱਤੇ ਆ ਕੇ ਇਹ ਗੱਲ ਕਹੀਏ ਕਿ ਨਹੀਂ ਜੀ ਮੈਂ ਤਾਂ ਇਸ ਵੇਲੇ ਆ ਕੀਤਾ ਸੀ, ਇਸ ਵੇਲੇ ਆ ਕੀਤਾ ਸੀ, ਅਸੀਂ ਬਾਹਰ ਰਹਿ ਕੇ ਜਿਹੜਾ ਵਿਰੋਧ ਕਰਦੇ ਸੀ ਅੱਜ ਵੀ ਉਸ ਗੱਲ ਤੇ ਖੜੇ ਆ ਪਾਰਟੀ ਦੇ ਅੰਦਰ ਵੀ, ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਸਿੱਖਾਂ ਦੀ ਬਹੁਤ ਵੱਡੀ ਇੱਕ ਧਾਰਮਿਕ ਰਾਜਸੀ ਸੰਸਥਾ ਹੈ, ਜਿਨੇ ਹਮੇਸ਼ਾ ਸਿੱਖਾਂ ਦੀ ਆਵਾਜ਼ ਨੂੰ, ਪੰਜਾਬੀਆਂ ਦੀ ਆਵਾਜ਼ ਨੂੰ ਦੇਸ਼ ਦੁਨੀਆ ਵਿੱਚ ਬੁਲੰਦ ਕੀਤਾ। ਉਹਦਾ ਮਜ਼ਬੂਤ ਹੋਣਾ, ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਸਾਡੇ ਪੰਜਾਬ ਲਈ ਔਰ ਪੰਥ ਲਈ ਬਹੁਤ ਲਾਭ ਹੈ। ਬਿਲਕੁਲ ਤੁਹਾਡੀ ਗੱਲ ਆ ਗਈ ਹੈ। ਬਿਲਕੁਲ ਤੁਸੀਂ ਆਪਣਾ ਜਿਹੜਾ ਵਿਊ ਪੁਆਇੰਟ ਹੈ ਉਹ ਰੱਖਿਆ ਹੈਗਾ। ਬਾਕੀ ਮਹਿਮਾਨਾਂ ਦੀ ਆਪਾਂ ਰਾਏ ਲੈਂਦੇ ਹਾਂ। ਸੋਢੀ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਸੋਢੀ ਸਾਹਿਬ, ਕਿਉਂ ਇਹ ਮਾਮਲਾ ਬਾਰ-ਬਾਰ ਉੱਠਦਾ? ਪੀਰ ਮੁਹੰਮਦ ਜੀ ਨੇ ਵੀ ਕਿਹਾ ਤੇ ਦੂਜੇ ਆਗੂਆਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਇੱਦਾਂ ਦਾ ਕੋਈ ਇਸ਼ੂ ਉੱਠਦਾ ਤਾਂ ਫਿਰ ਗੱਲਾਂ ਜਾ ਕੇ RSS ਤੇ ਭਾਜਪਾ ਨਾਲ ਜਾ ਜੁੜਦੀਆਂ। ਦੇਖੋ ਜਗਤਾਰ ਸਿੰਘ ਜੀ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਕੋਈ RSS ਜਾਂ BJP ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਦੀ ਹੋ। ਪਰ ਸਵਾਲ ਉੱਠਦੇ ਆ, ਇਹ ਸਵਾਲ ਕਿਉਂ ਉੱਠਦੇ ਆ? ਨਹੀਂ ਸਵਾਲ ਤਾਂ ਜਗਤਾਰ ਜੀ ਜਿਹੜੇ ਕਹਿਣਾ ਹੈ ਉਹਨੂੰ ਆਪਾਂ ਰੋਕ ਨਹੀਂ ਸਕਦੇ। ਹਰ ਨੂੰ ਲੋਕਤੰਤਰ ਦੇ ਵਿੱਚ ਬੋਲਣ ਦਾ ਹੱਕ ਹੈ। ਲੇਕਿਨ ਮੈਂ ਪਿਛਲੇ 27 ਸਾਲਾਂ ਤੋਂ ਮੈਂ ਪਾਰਟੀ ਦੇ ਵਿੱਚ ਕੰਮ ਕਰ ਰਿਹਾ। ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਵਰਕਰ ਹੋ ਸਕਦਾ, ਲੇਕਿਨ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਵਿਅਕਤੀ ਹਾਂ। ਅਲੱਗ-ਅਲੱਗ ਆਪਣੀਆਂ ਪਾਰਟੀਆਂ ਹੋ ਸਕਦੀਆਂ, ਲੇਕਿਨ ਕਈ ਲੋਕ ਵੱਖ-ਵੱਖ ਧਰਮਾਂ ਦੇ ਨਾਲ ਜਾਂ ਵੱਖ-ਵੱਖ ਡੇਰਿਆਂ ਦੇ ਨਾਲ ਜੁੜੇ ਹੋ ਸਕਦੇ ਆ। ਲੇਕਿਨ ਮੈਂ ਸਮਝਦਾ ਕਿ ਮੈਂ ਕਿਤੇ ਵੀ ਅਜਿਹੀ ਗੱਲ ਅੱਜ ਤੱਕ ਨਹੀਂ ਵੇਖੀ ਕਿ ਕੋਈ RSS ਨੇ ਜਾਂ BJP ਨੇ ਕੋਈ ਸਿੱਖਾਂ ਦੀ ਸਰਮੌਰ ਸੰਸਥਾ ਦੇ ਵਿੱਚ ਕੋਈ ਦਖਲ ਅੰਦਾਜ਼ੀ ਵਾਲੀ ਗੱਲ ਕੀਤੀ ਹੋਵੇ ਜਾਂ ਕੋਈ ਪੋਲੀਟੀਕਲ ਇਹੋ ਜਿਹੀ ਗੱਲ ਆਈ ਹੋਵੇ। ਬੜਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਜਾਬ ਦੇ ਵਿੱਚ ਦੋਵਾਂ ਪਾਰਟੀਆਂ ਦਾ ਹਿੰਦੂ ਸਿੱਖ ਏਕਤਾ ਦੀ ਖਾਤਰ, ਪੰਜਾਬ ਦੀ ਅਮਨ ਸ਼ਾਂਤੀ ਦੇ ਖਾਤਰ ਆਪਸ ਵਿੱਚ ਅਲਾਈਅੰਸ ਰਿਹਾ। ਲੇਕਿਨ ਮੈਂ ਇੱਕ ਇਹ ਗੱਲ ਜ਼ਰੂਰ ਕਹੂੰਗਾ ਕਿ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਜਿਹੜੀ ਸੰਸਥਾ ਇੱਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਔਰ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਜਿਹੜੀ ਸੰਸਥਾ ਹੋਂਦ ਵਿੱਚ ਆਈ ਹੋਵੇ, ਅੱਜ ਉਹ ਸੰਸਥਾ ਦਾ ਜੋ ਰੋਲ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਰੋਲ ਨਹੀਂ ਦਿਸ ਰਿਹਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਪ੍ਰਚਾਰ ਸ਼੍ਰੋਮਣੀ ਕਮੇਟੀ ਨੂੰ ਅੱਜ ਪੰਜਾਬ ਦੇ ਵਿੱਚ ਇਹ ਨਸ਼ੇ ਦੇ ਹਾਲਾਤ ਨਾ ਹੁੰਦੇ, ਜੇ ਸ਼੍ਰੋਮਣੀ ਕਮੇਟੀ ਆਪਣੇ ਕੰਮ ਦੇ ਵਿੱਚ ਧਰਮ ਪ੍ਰਚਾਰ ਦੇ ਵਿੱਚ ਸਫਲ ਹੋਈ ਹੁੰਦੀ। ਅੱਜ ਮੈਨੂੰ ਇਸ ਗੱਲ ਕਹਿਣ 'ਚ ਕੋਈ ਗਰੇਜ਼ ਨਹੀਂ ਕਿ ਅੱਜ ਜੋ ਸ਼੍ਰੋਮਣੀ ਕਮੇਟੀ ਦੇ ਸਕੂਲ ਚੱਲ ਰਹੇ ਨੇ, ਉਹਨਾਂ ਸਕੂਲਾਂ ਦੀ ਹਾਲਤ ਵੇਖਣ ਵਾਲੀ ਹੈ। ਉਹਨਾਂ ਸਕੂਲਾਂ ਦੇ ਵਿੱਚ ਧੜੇਬੰਦੀ ਵੇਖਣ ਵਾਲੀ ਹੈ। ਉਹਨਾਂ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਲਾਉਣ ਵਾਸਤੇ ਦਲਵੇਗ ਸਿੰਘ ਜੀ ਬੈਠੇ ਨੇ। ਮੈਂ ਪਿਛਲੇ ਸਮੇਂ ਦੇ ਵਿੱਚ ਜੋ ਲੜਾਈ ਵੇਖੀ ਹੈ, ਮੇਰੇ ਕੋਲੇ ਵੀ ਉਹ ਗੱਲਾਂ ਆਈਆਂ ਨੇ ਕਿ ਮੈਂ ਮੈਂਬਰ ਆ, ਮੇਰੇ ਮੁਤਾਬਕ ਹੀ ਇੱਥੇ ਪ੍ਰਿੰਸੀਪਲ ਲੱਗੂਗਾ। ਇਹੋ ਜਿਹੀਆਂ ਜਦੋਂ ਆਪਣੀਆਂ ਗਿਰਾਵਟਾਂ ਆ ਜਾਣ ਤੇ ਉਹ ਸੰਸਥਾ ਜਿਹਤੋਂ ਬਹੁਤ ਵੱਡੀ ਆਸ ਹੋਵੇ, ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਜੇ ਅੱਜ ਇਸ ਗੱਲ ਦੇ ਉੱਤੇ ਆ ਕੇ ਖੜ ਗਈ ਹੈ, ਕਿਸੇ ਸਮੇਂ ਜਿਵੇਂ ਗੱਲ ਕੀਤੀ ਹੈ 185 ਮੈਂਬਰ ਹੁੰਦੇ ਹੈ ਔਰ ਬਹੁਤ ਵੱਡੀ ਬਹੁਤ ਸੰਮਤੀ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਸੀ, ਜੋ ਕਹਿ ਦਿੱਤਾ ਜਾਂਦਾ ਸੀ ਕਿ ਇਹ ਪ੍ਰਧਾਨ ਬਣਾ ਲਿਆ ਔਰ ਜਿਹੜੇ ਮਤੇ ਸੀ ਪਾਸ ਹੁੰਦੇ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੀ ਚੋਣ ਆ ਰਹੀ ਹੈ ਉਹਦੇ ਵਿੱਚ ਜਦੋਂ ਇੱਕ ਵਿਰੋਧੀ ਧਿਰ 40-45 ਮੈਂਬਰਾਂ ਦੇ ਰੂਪ ਵਿੱਚ ਖੜੀ ਹੋ ਗਈ ਤੇ ਕੱਲ ਨੂੰ ਜਦੋਂ ਹਾਊਸ ਦੇ ਵਿੱਚ ਮਤੇ ਪਾਸ ਹੋਣੇ ਹੈ, ਮੈਂ ਸਮਝਦਾ ਜੋ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਕੰਮ ਕਰਨੇ ਨੇ, ਸਮਾਜ ਸੇਵਾ ਦੇ ਕੰਮ ਕਰਨੇ ਨੇ, ਉੱਥੇ ਜਦੋਂ ਇੱਕ ਵਿਰੋਧੀ ਧਿਰ ਖੜੀ ਹੋ ਗਈ, ਉਹਦੇ ਨਾਲ ਜਿਹੜੀ ਸ਼੍ਰੋਮਣੀ ਕਮੇਟੀ ਦੀ ਮਹੱਤਤਾ ਹੈ ਉਹ ਤੇ ਜ਼ਰੂਰ ਅਸਰ ਪਵੇਗਾ। ਇਸ ਕਰਕੇ ਮੈਂ ਤਾਂ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜੋ ਰੋਲ ਧਰਮ ਪ੍ਰਚਾਰ ਨੂੰ ਲੈ ਕੇ, ਵਿੱਦਿਆ ਦੇ ਖੇਤਰ 'ਚ ਲੈ ਕੇ, ਸਿਹਤ ਦੇ ਖੇਤਰ ਦੇ ਵਿੱਚ ਲੈ ਕੇ, ਜਿੰਨਾ ਪੰਜਾਬ ਸਰਕਾਰ ਤੋਂ ਵੱਡਾ ਬਜਟ ਹੋਣ ਦੇ ਨਾਤੇ ਉਹ ਪੰਜਾਬ ਦੀ ਸੇਵਾ ਕਰ ਸਕਦੀ ਹੈ, ਉਹ ਕਿਤੇ ਇਹ ਨਾ ਹੋਵੇ ਕਿ ਇਹ ਧੜੇਬੰਦੀ ਦਾ ਸ਼ਿਕਾਰ ਹੋ ਕੇ ਜੋ ਲੋਕਾਂ ਦੀ ਆਸ ਆ ਉਹ ਪੂਰੀ ਨਾ ਹੋਵੇ। ਵੱਡਾ ਨੁਕਸਾਨ। ਜੀ ਸੋਢੀ ਸਾਹਿਬ, ਤੁਹਾਡੀ ਗੱਲ ਆ ਗਈ। ਪੀਰ ਮੁਹੰਮਦ ਜੀ, ਮੈਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣੇ ਆ, ਪਰ ਕਿਉਂਕਿ ਸਿੱਧੇ ਤੌਰ ਤੇ ਗੱਲ ਕੀਤੀ ਗਈ ਅਕਾਲੀ ਦਲ ਬਾਰੇ, ਸੋਢੀ ਜੀ ਦਾ ਕਹਿਣਾ ਹੈ ਕਿ ਬਿਲਕੁਲ ਨਿਰਮੂਲ ਹੈ ਗੱਲ ਕਿ ਭਾਜਪਾ ਕੋਈ ਦਖਲ ਦੇ ਰਹੀ ਹੈ, ਖਾਮ ਖਾ ਅਕਾਲੀ ਦਲ ਇਸ ਗੱਲ ਨੂੰ ਜਿਹੜਾ ਹੈਗਾ ਉਭਾਰ ਰਿਹਾ। ਜੇ ਕਿਤੇ ਨਗਾਰ ਹੈ ਤਾਂ SGPC ਹੈ,
ਉਹਨੂੰ ਸੁਧਾਰਨ ਦੀ ਲੋੜ ਹੈ ਐਸਜੀਪੀਸੀ ਦੇ ਨਿਗਾਰ ਨੂੰ, ਨਾ ਕਿ ਇਸ ਪਾਸੇ ਵੱਲ ਨੂੰ ਮੋੜਿਆ ਜਾਵੇ ਕਿ ਜੀ ਭਾਜਪਾ ਦਖਲ ਦੇ ਰਹੀ ਹੈ ਜਾਂ ਆਰਐਸਐਸ ਦਖਲ ਦੇ ਰਹੀ ਹੈ। ਸੰਖੇਪ ਦੇ ਵਿੱਚ ਮੈਂ ਜ਼ਰੂਰ ਚਾਹਾਂਗਾ, ਕਿਉਂਕਿ ਵੱਡਾ ਮੁੱਦਾ ਹੈ, ਲਗਾਤਾਰ ਇਹ ਮੁੱਦਾ ਉੱਠਦਾ ਆ ਰਿਹਾ ਹੈ। ਪੀਰ ਮੁਹੰਮਦ ਜੀ, ਦੇਖੋ ਸੋਢੀ ਸਾਹਿਬ ਦੀ ਮਜਬੂਰੀ ਹੈ, ਉਹਨਾਂ ਨੇ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ, ਪਰ ਅਸਲ ਅਸਲੀਅਤ ਇਹ ਆ ਕਿ ਭਾਜਪਾ ਇਸ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਤਾਂ ਕਹਿੰਦੀ ਹੈ ਇੱਕ ਰਾਸ਼ਟਰ ਇੱਕ ਭਾਸ਼ਾ, ਉਹ ਇੱਕ ਕਰੰਸੀ ਕਰਨਾ ਚਾਹੁੰਦੇ ਆ, ਇੱਕ ਪੁਲਿਸ ਵਰਦੀ ਕਰਨਾ ਚਾਹੁੰਦੇ, ਪਰ ਸਾਡੀ ਸਿੱਖ ਸੰਸਥਾ ਜਿਹੜੀ ਇੱਕ ਹੈ ਉਹਨੂੰ ਤੋੜ ਕੇ ਉਹਦੇ ਟੋਟੇ ਕਰਨਾ ਚਾਹੁੰਦੇ ਆ। ਇਹ ਹੀ ਸਭ ਤੋਂ ਵੱਡੀ ਮਿਸਾਲ ਹੈ। ਦਿੱਲੀ ਦੇ ਵਿੱਚ ਜੋ ਕੁਝ ਵਾਪਰਿਆ, ਸਿਰਸਾ ਸਾਹਿਬ ਨੇ ਜੋ ਕੁਝ ਕੀਤਾ, ਉਸ ਤੋਂ ਬਾਅਦ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕੀਤਾ, ਤੇ ਇੱਥੇ ਹਰਿਆਣੇ ਦੇ ਵਿੱਚ ਜਿਸ ਤਰੀਕੇ ਨਾਲ ਜੋ ਕੁਝ ਹੋ ਰਿਹਾ, ਇਹ ਆਪਣੇ ਆਪ ਵਿੱਚ ਇਹ ਤਾਂ ਬੱਚੇ ਨੂੰ ਪਤਾ ਹੈ ਕਿ ਭਾਜਪਾ ਦੀ ਕਿੰਨੀ ਨਿੱਜੀ ਦਿਲਚਸਪੀ। ਇੱਥੋਂ ਤੱਕ ਹਰਿਆਣੇ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਇਹਨਾਂ ਨੇ, ਉਹਦੇ ਵਿੱਚ ਇੱਕ ਸਰਪ੍ਰਸਤ ਦਾ ਅਹੁਦਾ ਬਣਾ ਦਿੱਤਾ, ਜਦੋਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸਿੱਖ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੀਆਂ ਧਾਰਮਿਕ ਸੰਸਥਾਵਾਂ ਚੱਲਦੀਆਂ, ਉਹਦੇ ਉੱਤੇ ਵੀ ਇਹ ਸਰਪ੍ਰਸਤੀ ਕਰਨਾ ਚਾਹੁੰਦੇ ਆ। ਇਸ ਕਰਕੇ ਇਹਨਾਂ ਨੂੰ ਰੱਬ ਤੋਂ ਡਰਨਾ ਚਾਹੀਦਾ ਹੈ। ਪਰਮਾਤਮਾ ਦੇ ਜਿਹੜਾ ਦੇਖੋ ਰਾਜ ਭਾਗ ਆਉਂਦੇ ਜਾਂਦੇ ਆ, ਲੇਕਿਨ ਇਸ ਦੇ ਵਿੱਚ ਕੇਂਦਰ ਦੇ ਵਿੱਚ ਭਾਜਪਾ ਨੂੰ ਫਿਰਕੂਪਰਤਾ ਜਿਹੜਾ ਨਹੀਂ ਵਰਤਣਾ ਚਾਹੀਦਾ, ਔਰ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਜੀ ਸੋਢੀ ਸਾਹਿਬ, ਤੁਸੀਂ ਜਵਾਬ ਜ਼ਰੂਰ ਦਿਓ, ਕਿਉਂਕਿ ਬਾਕੀ ਮਹਿਮਾਨ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੈ, ਪਰ ਗੱਲ ਤੁਹਾਡੀ ਹੋਈ ਹੈ, ਇਸ ਕਰਕੇ ਜਵਾਬ ਜ਼ਰੂਰ ਦਿਓ ਸੰਖੇਪ ਦੇ ਵਿੱਚ। ਸੋਢੀ ਜੀ। ਜਗਤਾਰ ਜੀ, ਪੀਰ ਮੁਹੰਮਦ ਸਾਹਿਬ ਮੇਰੇ ਬੜੇ ਸਤਿਕਾਰਯੋਗ ਵੱਡੇ ਭਾਈ ਨੇ। ਮੈਂ ਰਾਜਨੀਤੀ ਤੇ ਜਾਣਾ ਨਹੀਂ ਚਾਹੁੰਦਾ ਸੀ, ਕਿਉਂਕਿ ਇਹ ਜਿਹੜਾ ਇਸ਼ੂ ਆਪਾਂ ਕਰ ਰਹੇ ਹਾਂ ਬੜਾ ਸੰਵੇਦਨਸ਼ੀਲ ਹੈ। ਮੈਨੂੰ ਇਹ ਲੱਗਦਾ ਹੈ ਕਿ ਇੱਕ ਆਪਣਾ ਘਰ ਸੰਭਾਲਣ ਦੀ ਬਜਾਏ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਗੱਲ ਤੇ ਵੱਧ ਜ਼ੋਰ ਦਿੱਤਾ ਜਾ ਰਿਹਾ ਕਿ ਪਰਿਵਾਰਵਾਦ ਨੂੰ ਬਚਾਇਆ ਜਾਵੇ, ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਇਆ ਜਾਵੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮੈਂ ਮੰਨਦਾ ਬੜੀ ਵੱਡੀ ਪਾਰਟੀ ਹੈ, ਬੜੀਆਂ ਕੁਰਬਾਨੀਆਂ ਕੀਤੀਆਂ, ਲੇਕਿਨ ਐਵੇਂ ਦੂਜੇ ਵੱਲ ਉਂਗਲ ਚੱਕ ਕੇ ਘਰੇ ਤੁਹਾਡੇ ਆਪਣੀ ਲੜਾਈ ਹੈ, ਤੁਸੀਂ ਆਪਣਾ ਘਰ ਸਾਂਭੋ। ਭਾਰਤੀ ਜਨਤਾ ਪਾਰਟੀ ਨੇ ਸੋਥੋਂ ਕੁਝ ਨਹੀਂ ਲੈਣਾ, ਨਾ ਕਿਸੇ ਆਰਐਸਐਸ ਨੇ ਲੈਣਾ। ਤੁਸੀਂ ਜਿਹੜੀ ਸੋਚ ਸ਼੍ਰੋਮਣੀ ਅਕਾਲੀ ਦਲ ਦੀ ਸੀ, ਜਿਹੜੇ ਖਾਤਰ ਬਣੀ ਸੀ, ਉਹ ਤੇ ਪਹਿਰਾ ਦਿਓ। ਅੱਜ ਸਾਰੇ ਲੋਕ ਪਰਿਵਾਰਵਾਦ ਨੂੰ ਬਚਾਉਣ ਲੱਗੇ ਨੇ, ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ। ਸੋਢੀ ਤੁਹਾਡੇ ਕਮੈਂਟ ਆ ਗਏ ਸਰ। ਦਲਮੇਕ ਸਿੰਘ ਜੀ, ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਇਹ ਤਾਂ ਆ ਹੀ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਸਿਸਟਮ ਹੈ ਉਹਦੇ 'ਚ ਨਿਗਾਰ ਆਇਆ, ਜਿਹਦੇ ਕਰਕੇ ਸਵਾਲ ਉੱਠ ਰਿਹਾ, ਧੜੇਬੰਦੀ ਉੱਠ ਰਹੀ ਹੈ। ਪਰ ਦੂਜੇ ਪਾਸੇ ਕਿਧਰੇ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਪਰਿਵਾਰਵਾਦ ਕਰਕੇ ਸਾਰਾ ਟਕਰਾਅ ਜਿਹੜਾ ਹੈਗਾ, ਇਹ ਜਿਹੜੀ ਪੰਥਕ ਨੁਮਾਇੰਦਾ ਜਥੇਬੰਦੀ ਹੈ ਉਹਦੇ 'ਚ ਬਹੁਤ ਵੱਡਾ ਇੱਕ ਕਾਰਨ ਬਣ ਰਿਹਾ ਹੈ। ਸਰ ਦਲਮੇਕ ਸਿੰਘ ਜੀ। ਗੱਲ ਸਾਫ਼ ਹੈ ਜੀ ਕਿ ਤੁਹਾਡਾ ਜਿਹੜਾ ਅੱਜ ਦਾ ਵਿਸ਼ਾ ਉਹ ਹੈ ਕਿ ਪੰਥਕ ਸਮੀਕਰਨ ਬਦਲਣ ਦੇ ਜੀ। ਉਹ ਮੈਂ ਕਹਾਂਗਾ ਕਿ ਪੰਥਕ ਜਿਹੜੀ ਸ਼ਬਦ ਹੈ ਉਹਦੇ ਸਮੀਕਰਨ, ਜਿਹੜੀਆਂ ਪੰਥਕ ਧਿਰਾਂ ਲਿਖਿਆ ਤੁਸੀਂ ਸ਼ਬਦ, ਉਹ ਪੰਥਕ ਧਿਰਾਂ ਕੌਣ ਨੇ? ਪੰਥਕ ਧਿਰਾਂ ਨਿਹੰਗ ਸਿੰਘ, ਸੰਪਰਦਾਵਾਂ ਅਤੇ ਜਿਹੜੀਆਂ ਬਾਕੀ ਸੰਪਰਦਾਵਾਂ ਨੇ, ਕੋਈ ਵਿਚਾਰਧਾਰਾ ਰੱਖਦੇ ਨੇ, ਕੋਈ ਹੋਰ ਸਾਡੇ ਸੈਕਟ ਨੇ, ਉਹ ਨੇ। ਉਹਨਾਂ 'ਚ ਮੈਨੂੰ ਲੱਗਦੀ ਹੈ ਜਿੱਥੇ ਤੱਕ ਚੋਣ ਦੀ ਅਜੇ ਵੀ ਗੱਲ ਹੈ, ਜਿੰਨਾ ਕਿ ਮੈਨੂੰ ਸਮਝ ਹੈ ਕਿ 152 ਕਿ 54 ਵੋਟਾਂ ਪੈਣੀਆਂ ਨੇ, ਤੇ ਇਹ ਵੋਟਾਂ ਜਿਹੜੀਆਂ 11 'ਚ ਟਿਕਟਾਂ ਦਿੱਤੀਆਂ ਸੀ ਉਹ ਮੈਂਬਰਾਂ ਨੇ ਪਾਉਣੀਆਂ ਨੇ, ਤੇ ਉਹ 11 ਤੋਂ ਚੱਲ ਰਹੀ ਹੈ। ਇਹ 11 ਦੀ ਇਲੈਕਸ਼ਨ ਹੋਈ ਸੀ ਤੇ ਉਹਦੇ 'ਚ ਕੁਝ ਟਿਕਟਾਂ ਟਕਸਾਲ ਦੀਆਂ ਸੀ। ਇਸ ਕਰਕੇ ਜੋ ਮੈਨੂੰ ਲੱਗ ਰਿਹਾ 152 ਚੋਂ ਅਜੇ ਵੀ ਅਕਾਲੀ ਦਲ ਜਿਹੜਾ ਉਹ ਬਹੁਤ ਸੰਮਤੀ 'ਚ ਹੈ। ਪਰ ਅਜੇ ਜਿਸ ਤਰ੍ਹਾਂ ਦੀ ਗੱਲ ਆ ਰਹੀ ਹੈ, ਬੀਬੀ ਜੀ ਵੱਲੋਂ ਆ ਰਹੀ ਹੈ, ਪਹਿਲਾਂ ਇਹ ਵਾਲੀ ਵੱਲੋਂ ਆਈ ਇੱਕ ਵਾਰੀ ਗੱਲ। ਸਰ ਦਲਮੇਕ ਸਿੰਘ ਜੀ ਦਾ ਲਿੰਕ ਕੱਟ ਗਿਆ, ਪਰ ਉਹਨਾਂ ਨੇ ਆਪਣੀ ਗੱਲ ਮੁਕੰਮਲ ਕਰ ਲਈ ਹੈ। ਜੁਗਾ ਸਿੰਘ ਜੀ, ਇਸ ਮਾਮਲੇ ਤੇ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗਾ। ਜਿਹੜਾ ਵੱਡਾ ਸਵਾਲ ਉਹਨਾਂ ਨੇ ਲਿਆਂਦਾ ਹੈ, ਉਹ ਕਹਿੰਦੇ ਜੇ ਮੌਜੂਦਾ ਜਨ ਹਾਊਸ ਦੀ ਗੱਲ ਕਰਦੇ ਹਾਂ ਤਾਂ ਅਜੇ ਵੀ ਅਕਾਲੀ ਦਲ ਵੱਡੀ ਧਿਰ ਹੈ। ਪੰਥਕ ਸਮੀਕਰਨ ਬਦਲਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜੋ 9 ਨਵੰਬਰ ਨੂੰ ਬਾਰ-ਬਾਰ ਜਿਹਦੀ ਡਿਸਕਸ਼ਨਾਂ ਬਹਿਸਾਂ ਹੋ ਰਹੀਆਂ, ਸਵਾਲ ਵੀ ਉੱਠ ਰਿਹਾ ਧਾਰਮਿਕ ਤੇ ਪੋਲੀਟੀਕਲ ਹਲਕਿਆਂ 'ਚ, ਕੀ ਲੱਗਦਾ ਹੈ ਕਿ ਕੋਈ ਤਬਦੀਲੀ ਜਾਂ ਸਮੀਕਰਨ ਬਦਲਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ? ਜੁਗਾ ਸਿੰਘ ਜੀ। ਤਾਂ ਬਦਲਣ ਲੱਗੇ ਟਾਈਮ ਨਹੀਂ ਲੱਗਦਾ ਹੁੰਦਾ, ਸਮੀਕਰਨ ਬਦਲ ਜਾਂਦੇ ਹੁੰਦੇ ਆ, ਔਰ ਇਹ ਤਾਂ ਪੰਥਕ ਸਮੀਕਰਨ ਹੈ। ਹਰੇਕ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੀਕਰਨ ਬਾਦਲਾਂ ਤੋਂ ਬਦਲ ਕੇ ਕਿਸੇ ਵੀ ਇਹੋ ਜਿਹੇ ਵਿਅਕਤੀ ਆਉਣ।
ਦੂਜੀ ਗੱਲ ਸਰਦਾਰ ਕਰਨੈਲ ਉਹਨਾਂ ਨੇ ਗੱਲ ਕਹੀ, ਮੈਂ ਤਾਂ ਇਹਨਾਂ ਨੂੰ ਹੀ ਇੱਕ ਸੁਝਾਅ ਦੇਵਾਂਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਬਾਰੇ ਮਹਿਸੂਸ ਕਰਦੇ ਹੋਣਗੇ ਜਾਂ ਉਹਨਾਂ ਨੂੰ ਵੀ ਮਹਿਸੂਸ ਕਰਵਾਉਣ ਕਿ ਜਿੰਨੇ ਵੀ ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਹੈ, ਇਹ ਉਹਨਾਂ ਦੇ ਸਾਰਿਆਂ ਦੇ ਨਾਂ ਦੀ ਪਰਚੀ ਲਿਖ ਕੇ ਕਿਸੇ ਉਹਦੇ ਵਿੱਚ ਪਾ ਦੇਣ ਤੇ ਐਕਟਿੰਗ ਜਥੇਦਾਰ ਇਹਨਾਂ ਨੇ ਬਣਾਏ ਹੋਏ ਆ, ਭਾਵੇਂ ਉਹਨਾਂ ਨੂੰ ਕੌਮ ਇੰਨਾ ਪਰਵਾਹ ਨਹੀਂ ਕਰਦੀ, ਲੇਕਿਨ ਉਹਨਾਂ ਤੋਂ ਹੀ ਕੋਈ ਪਰਚੀ ਕਢਾ ਦੇਣ ਜਿੰਨੇ ਵੀ ਮੈਂਬਰ ਹੈ, ਤੇ ਨਾਲੇ ਇਹ ਹੋ ਜਾਏਗਾ ਕਿ ਬਾਦਲਾਂ ਦੀ ਪਰਚੀ ਨਹੀਂ ਹੈਗੀ, ਜਥੇਦਾਰ ਨੇ ਪਰਚੀ ਕੱਢੀ ਹੈ। ਤੋ ਸਾਡੇ ਦਾ ਸੁਝਾਅ ਹੈ, ਘੱਟੋ ਘੱਟ ਸੁਝਾਅ ਤਾਂ ਮੰਨ ਲੈਣ, ਤੇ ਨਾਲੇ ਇਹ ਲੱਗੇਗਾ, ਨਾਲੇ ਇਹ ਕਲੀਅਰ ਹੈ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਉਹਨਾਂ ਦੇ ਵਿੱਚੋਂ ਪ੍ਰਧਾਨ ਚੁਣਿਆ ਗਿਆ, ਬਾਦਲਾਂ ਦੇ ਲਿਫਾਫੇ ਚੋਂ ਨਹੀਂ ਚੁਣਿਆ ਗਿਆ। ਪੰਥ ਨੇ ਜਿਹੜੇ ਮੈਂਬਰ ਚੁਣੇ ਆ, ਭਾਵੇਂ ਉਹਨਾਂ ਦੇ ਵਿੱਚੋਂ ਕੋਈ ਪ੍ਰਧਾਨ ਚੁਣਿਆ ਗਿਆ, ਪਰੰਤੂ ਮੈਂ ਇਹ ਗੱਲ ਕਲੀਅਰ ਕਹਿਣਾ ਹੈ ਕਿ ਜਿਹਨੂੰ ਬਾਦਲ ਚਾਹੁਣਗੇ ਪ੍ਰਧਾਨ ਉਹੀ ਬਣੇਗਾ। ਇਹ ਇਹੋ ਜੀ ਪਰਚੀ ਪਾਉਣਗੇ, ਇਕੱਠੀਆਂ ਪਰਚੀ ਨਹੀਂ ਪਾਉਣਗੇ ਤੇ ਐਕਟਿੰਗ ਜਥੇਦਾਰ ਤੋਂ ਪਰਚੀ ਨਹੀਂ ਕਢਾਉਣਗੇ। ਕਾਰਨ ਇਹ ਹੈ ਕਿ ਜੇਕਰ ਕੋਈ ਸੱਚਾ ਸੁੱਚੇ ਬੰਦੇ ਦੀ ਪਰਚੀ ਨਿਕਲ ਗਈ ਤਾਂ ਉਹ ਬਾਦਲਾਂ ਦੇ ਮੁਤਾਬਕ ਨਹੀਂ ਚੱਲੇਗਾ। ਜਿਹੜੀ ਦੂਜੀ ਤੁਸੀਂ ਗੱਲ ਕਹੀ ਹੈ ਕਿ ਬੀਬੀ ਜਗੀਰ ਕੌਰ ਨਾਲ ਵੀ ਬਹੁਤ ਸੰਮਤੀ ਮੈਂਬਰ ਸ਼ਾਇਦ ਜੁੜਦੇ ਜਾ ਰਹੇ ਹੈ, ਔਰ ਇੱਕ ਸਰਦਾਰ ਪੀਰ ਮੁਹੰਮਦ ਸਾਹਿਬ ਨੇ ਕਹੀ ਹੈ ਕਿ ਜ਼ਿੰਮੇਵਾਰੀ ਵੀ ਸਾਂਝੀ ਹੁੰਦੀ ਹੈ। ਬੀਬੀ ਜਗੀਰ ਕੌਰ ਜੀ ਪਿੱਛੇ ਰਹੇ ਹੈ, ਜੇ ਬੀਬੀ ਜਗੀਰ ਕੌਰ ਨੂੰ ਸਾਂਝੀ ਜ਼ਿੰਮੇਵਾਰੀ ਤੇ ਲੈਣੇ ਹੈ ਤਾਂ ਹਾਰਾਂ ਦੀ ਜ਼ਿੰਮੇਵਾਰੀ ਵੀ ਫਿਰ ਸੁਖਬੀਰ ਸਿੰਘ ਬਾਦਲ ਦੀ ਹੈ ਨਾ ਜੀ। ਇੰਨੀਆਂ ਹਾਰਾਂ ਸ਼੍ਰੋਮਣੀ ਅਕਾਲੀ ਦਲ ਹਾਰ ਚੁੱਕਿਆ ਹੈ, ਤਾਂ ਕੀ ਹੋਰ ਜ਼ਿੰਮੇਵਾਰੀਆਂ ਤਾਂ ਬਾਕੀ ਲੀਡਰਾਂ ਸਿਰ ਆਪਾਂ ਦੇ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਪ੍ਰਧਾਨ ਗ੍ਰਹਿ ਮੰਤਰੀ ਹੁੰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖਾਂ ਦੇ ਉੱਤੇ ਇੰਨਾ ਤਸ਼ੱਦਦ, 2 ਸਿੱਖ ਸ਼ਹੀਦ ਹੋ ਗਏ, ਇਹ ਜ਼ਿੰਮੇਵਾਰੀਆਂ ਕੀ ਸੁਖਬੀਰ ਸਿੰਘ ਬਾਦਲ ਲਏਗਾ ਨਹੀਂ ਜੀ? ਜੀ ਜੋਗਾ ਸਿੰਘ ਜੀ, ਤੁਹਾਡੀ ਗੱਲ ਆ ਗਈ, ਤੁਹਾਡੀ ਗੱਲ ਆ ਗਈ ਜਿਹੜੀ ਕਿ ਆਪਾਂ ਜਵਾਬ ਲੈ ਲਈਏ। ਸਮਾਂ ਵੀ ਲੰਘਦਾ ਜਾ ਰਿਹਾ ਹੈ, ਬਹਿਸ ਦੇ ਲਈ ਆਪਾਂ ਜਿਸ ਮੁੱਦੇ ਤੇ ਚਰਚਾ ਕਰ ਰਹੇ ਹਾਂ। ਪੀਰ ਮੁਹੰਮਦ ਜੀ, ਤੁਹਾਡੇ ਤੋਂ ਵੀ ਮੈਂ ਜਵਾਬ ਲੈਣਾ ਚਾਹਾਂਗਾ। ਦੇਖੋ, ਸੋਢੀ ਜੀ ਨੇ ਵੀ ਗੱਲ ਕੀਤੀ ਹੈ ਕਿ ਆਪਾਂ ਪਰਿਵਾਰਵਾਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ, ਇਸ ਕਰਕੇ ਗੱਲ ਹੋਰ ਪਾਸੇ ਨੂੰ ਕੀਤੀ ਜਾ ਰਹੀ ਹੈ। ਜੋਗਾ ਸਿੰਘ ਜੀ ਦਾ ਕਹਿਣਾ ਕਿ ਜ਼ਿੰਮੇਵਾਰੀਆਂ ਦੀ ਗੱਲ ਕਰਦੇ ਹਾਂ ਤਾਂ ਫਿਰ ਬੀਬੀ ਜਗੀਰ ਕੌਰ ਦੀ ਬਜਾਏ ਸਿੱਧੀ ਜ਼ਿੰਮੇਵਾਰੀ, ਉਹ ਕਹਿੰਦੇ ਫਿਰ ਜੇ ਇੱਦਾਂ ਦਾ ਕੋਈ ਹੱਲ ਕੱਢਣਾ ਹੈ ਤਾਂ ਫਿਰ ਅਕਾਲ ਤਖ਼ਤ ਦੇ ਜਥੇਦਾਰ ਉਹਨਾਂ ਤੋਂ ਪਰਚੀ ਕਢਵਾ ਲਓ ਤਾਂ ਕਿ ਰਵੇ ਕਿ ਵੀ ਹਾਂ ਇਹ ਬਾਦਲਾਂ ਦਾ ਉਮੀਦਵਾਰ ਨਹੀਂ ਗਾ, ਸਾਂਝੇ ਜਿਹੜਾ ਹੈਗਾ ਜਨ ਹੋ ਚੋਂ ਕੋਈ ਪਰਚੀ ਨਿਕਲੀ ਆ ਉਹੀ ਉਮੀਦਵਾਰ ਹੈ। ਜੀ ਕੀ ਕਹਿਣਾ ਚਾਹੋਗੇ? ਕਈ ਤਰ੍ਹਾਂ ਦੇ ਸੁਝਾਅ, ਕਈ ਤਰ੍ਹਾਂ ਦੇ ਸਵਾਲ। 9 ਨਵੰਬਰ ਨੂੰ ਇਲੈਕਸ਼ਨ ਹੋਵੇਗਾ, ਖੜਨ ਲਈ ਹਰ ਕੋਈ ਖੜ ਸਕਦਾ, ਜਿਸ ਨੇ ਖੜਨਾ ਬੀਬੀ ਜੀ ਖੜੇ ਨੇ, ਉਹ ਆਪਣੀ ਜੋ ਉਹਨਾਂ ਨੇ ਕੁਝ ਸੋਚਿਆ ਹੋਵੇਗਾ ਕਿ ਮੈਂ ਇਲੈਕਸ਼ਨ ਲੜਨਾ, ਪਰ ਹੁਣ ਇਲੈਕਸ਼ਨ ਜਿਹੜਾ ਹੈ ਉਹ ਬੜੇ ਹੀ ਵਧੀਆ ਮਾਹੌਲ ਦੇ ਵਿੱਚ ਹੋਵੇਗਾ, ਔਰ ਉਸ ਦੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਆਪਣੀ ਵੋਟ ਪਾਉਣੀ ਤੇ ਉਹ ਜਿਸ ਨੂੰ ਵੀ ਪ੍ਰਧਾਨ ਚੁਣਨਗੇ ਤੇ ਉਹ ਖਿੜੇ ਪੱਤੇ ਸਾਨੂੰ ਸਵੀਕਾਰ ਹੋਵੇਗਾ। ਸੋ ਸਰਦਾਰ ਜੋਗਾ ਸਿੰਘ ਦੀਆਂ ਚਿੰਤਾਵਾਂ ਵੀ ਆਪਣੀ ਜਗ੍ਹਾ ਠੀਕ ਨੇ, ਪਰ ਇਹ ਪਰਿਵਾਰਵਾਦ ਜਿਹੜੀਆਂ ਪੰਥਕ ਜਥੇਬੰਦੀਆਂ ਦੇ ਆਗੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਟੁੱਟ ਕੇ ਦੂਸਰੀਆਂ ਸਫਾਂ ਦੇ ਵਿੱਚ ਬੈਠੇ ਨੇ, ਇਹ ਉਹਨਾਂ ਦੇ ਉੱਤੇ ਵੀ ਓਨਾ ਹੀ ਲਾਗੂ ਹੁੰਦਾ ਹੈ। ਕੋਈ ਇੱਕ ਆਗੂ ਦੱਸ ਦਿਓ ਜਿਹਨੇ ਆਪਣੇ ਪਰਿਵਾਰ ਨੂੰ ਨਾ ਪਾਲਿਆ ਹੋਵੇ। ਸੋ ਪਰਿਵਾਰਵਾਦ ਜਿਹੜਾ, ਪਰਿਵਾਰਵਾਦ ਨੇ ਸਾਡੇ ਵਰਗਿਆਂ ਨੂੰ, ਸਰਦਾਰ ਜੋਗਾ ਸਿੰਘ ਵਰਗਿਆਂ ਨੂੰ, ਸਰਦਾਰ ਦਿਆਲ ਸਿੰਘ ਸੋਢੀ ਵਰਗਿਆਂ ਨੂੰ ਜਾਂ ਸਰਦਾਰ ਦਿਲਵੇਗ ਸਿੰਘ ਸਾਨੂੰ ਪ੍ਰਭਾਵਿਤ ਕੀਤਾ। ਇਹ ਕਿਉਂਕਿ ਜਿਹੜੇ ਗ੍ਰਾਸਰੂਟ ਤੋਂ ਵਰਕਰ ਉੱਠਦੇ ਨੇ ਉਹਨਾਂ ਨੂੰ ਮੌਕੇ ਮਿਲਣੇ ਚਾਹੀਦੇ। ਮੈਂ ਤਾਂ ਇਸ ਗੱਲ ਦੇ ਹੱਕ ਵਿੱਚ ਹਾਂ। ਪੀਰ ਮੁਹੰਮਦ ਜੀ, ਵੱਡੀ ਗੱਲ ਤੁਸੀਂ ਕਹਿ ਰਹੇ ਹੋ। ਪੀਰ ਮੁਹੰਮਦ ਜੀ, ਵੱਡਾ ਸਵਾਲ ਤੁਸੀਂ ਕਹਿ ਰਹੇ ਹੋ। ਆਖਰਕਾਰ ਅਕਾਲੀ ਦਲ ਦੇ ਅੰਦਰ ਵੀ ਤੇ ਅਕਾਲੀ ਦਲ ਦੇ ਬਾਹਰ ਜਿਹਨਾਂ ਪੰਥਕ ਤਰ੍ਹਾਂ ਦੀ ਤੁਸੀਂ ਗੱਲ ਕਰਦੇ ਹੋ, ਲਗਾਤਾਰ ਇੱਕ ਵੱਡੇ ਪਰਿਵਾਰ ਦਾ ਦਹਾਕਿਆਂ ਤੋਂ ਕਬਜ਼ੇ ਦੀ ਗੱਲ ਪੀਰ ਮੁਹੰਮਦ ਜੀ ਹੋ ਰਹੀ ਹੈ। ਕੋਈ ਇਸ ਤਰ੍ਹਾਂ ਦੀ ਕਿਸੇ ਇੱਕ ਅੱਧ ਆਗੂ ਦੀ ਗੱਲ ਨਹੀਂ ਹੈ, ਦਹਾਕਿਆਂ ਦੇ ਇਸ਼ੂ ਨੂੰ ਲੈ ਕੇ ਕਿਹਾ ਜਾ ਰਿਹਾ ਹੈ। ਮੈਂ ਇਹ ਕਹਿਣੀ ਚਾਹੁੰਦਾ ਕਿ ਜਦੋਂ ਆਪਾਂ ਕਿਸੇ ਬਾਰੇ ਗੱਲ ਕਰਦੇ ਹਾਂ ਜਾਂ ਬਾਦਲ ਪਰਿਵਾਰ ਬਾਰੇ ਗੱਲ ਕਰਦੇ ਹਾਂ, ਜਿਹੜੇ ਕਰਨ ਵਾਲੇ ਆ ਪਹਿਲਾਂ ਘੱਟੋ ਘੱਟ ਉਹ ਆਪਣੇ ਪਰਿਵਾਰਵਾਦ ਦੇ ਵਿੱਚੋਂ ਬਾਹਰ ਨਿਕਲਣ, ਉਹ ਨਹੀਂ ਨਿਕਲ ਸਕੇ। ਮੈਂ ਇਹ ਜਿਹੜੇ ਇੱਥੇ ਬੈਠੇ ਬੁਲਾਰੇ ਇਹਨਾਂ ਦੀ ਨਹੀਂ ਗੱਲ ਕਰਦਾ, ਇਹ ਤਾਂ ਸਾਡੇ ਵਾਂਗ ਨੂੰ ਸੰਘਰਸ਼ ਕਰ ਰਹੇ ਨੇ। ਮੈਂ ਦੂਸਰੇ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਬਹੁਤ ਵੱਡੇ ਰੁਤਬਿਆਂ ਤੇ ਪਹੁੰਚੇ ਹੋਏ ਨੇ, ਉਹ ਪਰਿਵਾਰਵਾਦ ਵੱਲ ਤਾਂ ਧਿਆਨ ਹਰ ਇੱਕ ਦਾ ਹੈਗਾ। ਓਕੇ ਇਹਦੇ ਵਿੱਚ ਆਮ ਤੁਹਾਡੀ ਗੱਲ ਆ ਗਈ ਜੀ। ਹਰ ਜਗ੍ਹਾ ਨਜ਼ਰ ਆਉਣੀ ਚਾਹੀਦੀ ਹੈ, ਇੱਕ ਚੰਗੀ ਗੱਲ ਹੋਵੇਗੀ ਔਰ ਪਾਰਟੀ ਦੇ ਕੋਲ ਇਹ ਵਾਰ-ਵਾਰ ਮਸਲਾ ਉਠਾਉਂਦੇ ਰਹਿੰਦੇ। ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸੋਢੀ ਜੀ, ਇੱਕ ਸਵਾਲ ਪਰਿਵਾਰਵਾਦ ਦੇ ਤੋਂ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਭਾਜਪਾ ਪਰਿਵਾਰਵਾਦ ਦੇ ਮੁੱਦੇ ਤੇ ਬਹੁਤ ਬੋਲਦੀ ਹੈ। ਪੀਰ ਮੁਹੰਮਦ ਦਾ ਕਹਿਣਾ ਕਿ ਦੂਜੇ ਜਿਹੜੇ ਹੋਰ ਬਹੁਤ ਸਾਰੇ ਆਗੂ ਹੈ
ਉਹ ਵੀ ਪਰਿਵਾਰਵਾਦ 'ਚ ਉਲਝੇ ਵੇ ਤੇ ਕਿਉਂ ਇਦਾਂ ਦੀਆਂ ਗੱਲਾਂ ਇੱਕ ਪਰਿਵਾਰ ਬਾਰੇ ਕੀਤੀਆਂ ਜਾਂਦੀਆਂ? ਦੇਖੋ, ਮੇਰਾ ਕਹਿਣਾ ਇਹ ਹੈ ਜਗਤਾਰ ਜੀ ਕਿ ਜਿਹੜੀ ਅੱਜ ਪਰਿਵਾਰਵਾਦ ਦੀ ਰਾਜਨੀਤੀ ਹੈ, ਦੇਖੋ ਤੁਸੀਂ ਸਾਰੇ ਸੂਬਿਆਂ ਦੇ ਵਿੱਚ ਦੇਖ ਲਓ, ਪਰਿਵਾਰਵਾਦ ਦੀ ਜਿਹੜੀ ਰਾਜਨੀਤੀ ਹੈ ਉਹ ਫੇਲ ਹੋ ਰਹੀ ਹੈ। ਉਹ ਇਸ ਕਰਕੇ ਫੇਲ ਹੋ ਰਹੀ ਹੈ ਕਿ ਪੀਰ ਮੁਹੰਮਦ ਸਾਹਿਬ ਬੜੇ ਕੰਮ ਕੀਤਾ ਇਹਨਾਂ ਨੇ, ਮੈਂ ਇਹਨਾਂ ਨੂੰ ਬੜੇ ਚਿਰ ਤੋਂ ਜਾਣਦਾ, ਠੀਕ ਹੈ, ਇਹਨਾਂ ਬਾਰੇ ਬਹੁਤ ਕੁਝ ਸੁਣਿਆ। ਬਾਕੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿੱਥੇ ਪਰਿਵਾਰਵਾਦ ਦੀ ਰਾਜਨੀਤੀ ਹੁੰਦੀ ਆ ਉੱਥੇ ਲੀਡਰ ਘਰਾਂ ਦੇ ਵਿੱਚ ਪੈਦਾ ਹੁੰਦੇ ਨੇ, ਦੂਜੇ ਜਿਹੜੇ ਲੋਕ ਹੁੰਦੇ ਨੇ ਕੰਮ ਕਰਨ ਵਾਲੇ ਗਰਾਸ ਰੂਟ ਤੇ, ਉਹਨਾਂ ਨੂੰ ਮੌਕਾ ਨਹੀਂ ਮਿਲਦਾ। ਤੇ ਲੇਕਿਨ ਅੱਜ ਜਿਹੜੇ ਪਰਿਵਾਰਵਾਦ ਦੇ ਵਿੱਚ ਰਾਜਨੀਤੀ ਕਰਦੇ ਆ, ਪਿਤਾ ਪੁੱਤਰ ਦਾ ਮੋਹ ਹੈ। ਮੈਂ ਇਕੱਲਾ ਕਿਸੇ ਪਰਿਵਾਰ ਤੇ ਗੱਲ ਨਹੀਂ ਕਰਦਾ ਖਾਸ ਤੌਰ ਤੇ, ਔਰ ਜਿਸ ਤਰ੍ਹਾਂ ਇਹਨਾਂ ਨੇ ਗੱਲ ਹੈ, ਮੈਂ ਉਹੀ ਗੱਲ ਪੀਰ ਮੁਹੰਮਦ ਜੀ ਦੇ ਨਾਲ ਸਹਿਮਤ ਹੋ ਕੇ ਜਿਤਾਉਣਾ ਚਾਹੁੰਦਾ ਹੈ ਕਿ ਕੁਝ ਲੋਕ ਜੋ ਇਸ ਵੇਲੇ ਦੀ ਸਥਿਤੀ ਆਪਾਂ ਜਿੱਥੇ ਬਹਿਸ ਕਰ ਰਹੇ ਹਾਂ ਕਿ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਪੰਥਕ ਆਪਾਂ ਜਥੇਬੰਦੀ ਕਹਿ ਸਕਦੇ ਹਾਂ, ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਕਹਿ ਸਕਦੇ ਹਾਂ, ਉਹਦੇ ਵਿੱਚ ਜਿਹੜੀ ਇਹ ਰਾਜਨੀਤੀ ਭਾਰੂ ਹੋਈ ਵੀ ਹੈ, ਉਹਦੇ ਕਰਕੇ ਇਹਨਾਂ ਦਾ ਇੰਟਰਨਲ ਮਾਮਲਾ ਹੈ। ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਲੇਕਿਨ ਇੱਕ ਮੈਂ ਸਪੋਕਸਮੈਨ ਦੇ ਤੌਰ ਤੇ ਜ਼ਰੂਰ ਕਹੂੰਗਾ ਕਿ ਕਿਤੇ ਨਾ ਕਿਤੇ ਜਿਹੜੀ ਗੱਲ ਮੈਂ ਕੀਤੀ ਆ ਉਹਦੇ ਵਿੱਚ ਵਜਨ ਹੈ ਕਿ ਅਸੀਂ ਬਚ ਸਕੀਏ। ਓਕੇ, ਹਾਂ, ਅਸੀਂ ਬਚ ਕੇ। ਹੁਣ ਮੈਂ ਇੱਕ ਗੱਲ ਇੱਥੇ ਹੋਰ ਕਰਨੀ, ਇੱਕ ਗੱਲ ਜੇ ਮੈਂ ਹੁਣ ਗੱਲ ਕਰਾਂ ਕਿ ਪਹਿਲੀ ਗੱਲ ਤਾਂ ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਹੀ ਨਹੀਂ ਖੜਾ ਕੀਤਾ, ਠੀਕ ਹੈ। ਉਹਦੇ ਵਿੱਚ ਬੀਬੀ ਜਗੀਰ ਕੌਰ ਜੀ ਨੇ ਹੱਕ ਜਤਾਤਾ ਕਿ ਮੈਂ ਕੈਂਡੀਡੇਟ ਹਾਂ, ਉਮੀਦਵਾਰ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ, ਠੀਕ ਹੈ। ਜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਖੜਾ ਕੀਤਾ ਹੁੰਦਾ, ਉਸ ਤੋਂ ਬਾਅਦ ਬੀਬੀ ਜਗੀਰ ਕੌਰ ਜੀ ਕਹਿੰਦੇ ਵੀ ਮੈਂ ਕੈਂਡੀਡੇਟ ਹਾਂ, ਪਾਰਟੀ ਦਾ ਨਾਮ ਮੰਨਿਆ ਹੋਣਾ ਹੁੰਦਾ, ਤੇ ਫਿਰ ਇਹਦੇ ਵਿੱਚ ਫਰਕ ਸੀਗਾ। ਸੋਢੀ ਸਾਹਿਬ ਆ ਗਿਆ, ਤੁਹਾਡਾ ਵਿਊ ਪੁਆਇੰਟ ਆ ਗਿਆ। ਸਰ ਦਲਮੇਘ ਸਿੰਘ ਜੀ, ਸਮਾਂ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ, ਪਰ ਤੁਸੀਂ ਜਿਹੜਾ ਲਿੰਕ ਕੱਟ ਗਿਆ ਸੀ ਦੁਬਾਰਾ ਜੁਆਇਨ ਕੀਤਾ ਹੈ। 2 ਲਾਈਨਾਂ ਦਾ ਕਮੈਂਟ ਪਰਿਵਾਰਵਾਦ ਦੇ ਮੁੱਦੇ ਤੇ, ਕਿ ਅਕਾਲੀ ਦਲ ਪਰਿਵਾਰਵਾਦ ਦੇ ਵਿੱਚ SGPC ਦੇ ਸਾਰੇ ਮਾਮਲੇ ਉਲਝੇ ਕਰਕੇ ਬਹੁਤ ਵੱਡਾ ਨਗਾਰ ਹੈ, ਇਹਦੇ ਤੋਂ ਬਚਣ ਦੀ ਲੋੜ ਹੈ, ਜਾਂ ਇਹ ਕਿਵੇਂ ਇਲਜ਼ਾਮ ਤਰਾਸ਼ੀ ਹੈ? ਸੰਖੇਪ ਦੇ ਵਿੱਚ ਮੇਰੀ ਮਜਬੂਰੀ ਹੈ ਸਮੇਂ ਦੀ। ਸਰ ਦਲਮੇਘ ਸਿੰਘ ਜੀ, ਦੇਖੋ ਗੱਲ ਇਹ ਹੈ ਕਿ ਸਾਡਾ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਜਿਹੜੀ, ਜਿੱਥੇ ਅਸੀਂ 58% 50% ਤੋਂ ਉੱਪਰ ਆ ਸਿੱਖ, ਇੱਕ ਰੀਜਨਲ ਪਾਰਟੀ ਦੀ ਜਿਹੜੇ ਸਾਡੇ ਪੰਜਾਬੀ ਨੂੰ, ਸਾਡੇ ਅਸਤਿਤਵ ਨੂੰ, ਸਾਡੀ ਹੋਂਦ ਨੂੰ, ਸਾਡੇ ਸੱਭਿਆਚਾਰ ਨੂੰ ਬਚਾ ਕੇ ਰੱਖੇ, ਸਾਡੇ ਕੁਦਰਤੀ ਸੋਮਿਆਂ ਨੂੰ ਬਚਾ ਕੇ ਰੱਖੇ, ਇਹੋ ਜਿਹੀ ਪਾਰਟੀ ਦੀ ਲੋੜ ਹੈ। ਉਸ ਪਾਰਟੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਪਰ ਬਦਕਿਸਮਤੀ ਇਹ ਹੈ ਕਿ ਜਿਸ ਰਸਾਤਲ ਤੇ ਉਹ ਪਾਰਟੀ ਚਲੀ ਗਈ, ਉਹ ਪਾਰਟੀ ਅੱਜ ਕੱਲੀ ਇੱਕ ਰਾਣੇ ਜਿੱਡੀ ਰਹਿ ਗਈ, ਜਿਹੜਾ MLA ਕੋ 2 ਬੰਦੇ ਨੇ ਤੇ ਸਾਡੇ ਅਕਾਲੀ ਦਲ ਕੋ ਸਾਰੇ ਕੋ 2 ਬੰਦੇ ਨੇ। ਚਲੋ, ਬਹੁਤ ਵੱਡਾ ਮੁੱਦਾ ਸਰ ਦਲਮੇਘ ਸਿੰਘ ਜੀ, ਗੱਲ ਆਪਣੀ ਇੱਥੇ ਨਿਬੜਨੀ ਨਹੀਂ, ਫਿਰ ਆਪਾਂ ਇਸ ਮੁੱਦੇ ਤੇ ਗੱਲ ਕਰਾਂਗੇ। ਬਹੁਤ ਧੰਨਵਾਦ। ਇੱਦਾਂ ਹੀ ਜਿਹੜਾ ਹੈਗਾ ਜੋਗਾ ਸਿੰਘ ਜੀ, 2 ਲਾਈਨਾਂ ਦਾ ਕਮੈਂਟ ਮੈਂ ਜ਼ਰੂਰ ਲੈਣਾ ਚਾਹਾਂਗਾ, ਉਹ ਵੀ ਸਮੇਂ ਤੋਂ ਬਾਹਰ ਜਾ ਕੇ ਲੈ ਰਹੇ ਹਾਂ ਜੀ। ਦੇਖੋ, ਮੈਂ ਤਾਂ ਬਿਲਕੁਲ ਸਰਦਾਰ ਮੇਰੀ ਦੀ ਗੱਲ ਦੇ ਨਾਲ ਸਹਿਮਤ ਹੈ ਕਿ ਪੰਜਾਬ ਦੇ ਲਈ ਰੀਜਨਲ ਪਾਰਟੀ ਦੀ ਲੋੜ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਇੱਕ ਰੀਜਨਲ ਪਾਰਟੀ ਹੁੰਦਾ ਸੀ, ਇਸੇ ਕਰਕੇ ਪੰਜਾਬ ਦੀਆਂ ਹੱਕੀ ਮੰਗਾਂ ਦੇ ਨਾਲ ਡਟ ਕੇ ਖੜਦਾ ਸੀ। ਲੇਕਿਨ ਜਦੋਂ ਤੋਂ ਪੰਜਾਬ ਇਸ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਤੋਂ ਕਬਜ਼ਾ ਕੀਤਾ ਹੈ, ਤਾਂ ਪੰਜਾਬ ਦੇ ਵਿੱਚ ਉਹਨਾਂ ਪਾਰਟੀਆਂ ਦਾ ਦਬਦਬਾ ਵਧਿਆ ਹੈ। ਇਹ ਤੁਸੀਂ ਇਸ ਵਾਰ ਦੇ 92 MLA ਦਾ ਰਿਜ਼ਲਟ ਦੇਖਿਆ। ਬਿਲਕੁਲ ਸਰਦਾਰ ਥੈਂਕ ਯੂ ਵੈਰੀ ਮਚ। ਪੀਰ ਮੁਹੰਮਦ ਸਾਹਿਬ ਨੇ ਵੀ ਜੋ ਗੱਲ ਕਹੀ ਹੈ, ਇਹ ਬਿਲਕੁਲ ਸਹੀ ਕਹੀ ਹੈ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਹੋਈਏ, ਲੇਕਿਨ ਪਰਿਵਾਰ ਪ੍ਰਸਤ ਪਰਿਵਾਰਾਂ ਨੂੰ ਜਿਹੜੇ ਆਪਣੇ ਬੱਚਿਆਂ ਦੇ ਲਈ ਹੀ ਬਹੁਤ ਧੰਨਵਾਦ ਲਾਂਭੇ ਹੋਣਾ ਚਾਹੀਦਾ ਜੀ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ 9 ਨਵੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ। ਬੀਬੀ ਜਗੀਰ ਕੌਰ ਨੇ ਜਿਸ ਰਵਾਇਤੀ ਸਿਸਟਮ ਨੂੰ ਚੁਣੌਤੀ ਦਿੱਤੀ ਹੈ, ਪਾਰਟੀ ਦੇ ਬਾਹਰ ਦਾ ਰਸਤਾ ਤਾਂ ਦਿਖਾਈ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਵੱਡੇ ਸਵਾਲ ਕਿ ਕੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਪਰਿਵਾਰ ਜਾਂ ਇੱਕ ਪਾਰਟੀ ਦੇ ਗਲਬੇ ਤੋਂ ਬਾਹਰ ਆ ਸਕੇਗੀ। ਮੁੱਦਾ ਪਰਿਵਾਰਵਾਦ ਦਾ ਵੀ ਹੈ। ਇਹਨਾਂ ਸਾਰੇ ਮਾਮਲੇ ਤੇ ਆਉਣ ਲਈ ਜਿੱਥੇ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ, ਸਤਿਕਾਰਤ ਮਹਿਮਾਨਾਂ ਦਾ ਧੰਨਵਾਦੀ ਹਾਂ, ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਚਾਹਾਂਗੇ। ਸਤਿ ਸ੍ਰੀ ਅਕਾਲ।